ਸਤਨਾਮ ਵਾਹਿਗੁਰੂ ਸਾਹਿਬ ਜੀ। ਦੀਨ ਦਰਦ ਦੁਖ ਭੰਜਨਾ, ਕਟ ਕਟ ਨਾਥ ਅਨਾਥ। ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਹਸਤੀ ਸਿਰਜਿਉ ਅੰਕੁਸ਼ ਹੈ, ਅਹਰਣ ਜਿਉ ਸਿਰ ਦੇ। ਮਨ ਤਨ ਆਗੇ ਰਾਖ ਕੈ, ਉਹ ਵੀ ਸੇਵ ਕਰੇ। ਇਉ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਾਲੇ। ਨਾਨਕ ਗੁਰਮੁਖ ਬੁਝੀਐ, ਜਾ ਆਪੇ ਨਦਰ ਕਰੇ। ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ, ਜਹ ਖਿੰਚੇ ਤਹ ਜਾਏ। ਨਾਨਕ ਹਸਤੀ ਕੁੰਡੇ ਬਾਹਰਾ, ਫਿਰ ਫਿਰ ਉਜੜ ਪਾਏ। ਬੇਸੁਮਾਰ ਅਥਾਹ ਅਗਨਤ ਤੋਲੇ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਕਾਇਆ ਕਜਲੀ ਬਨ ਪਿਆ, ਮਨ ਕੁੰਚਰ ਮਏ ਮੰਤ। ਅੰਕੁਸ਼ ਗਿਆਨ ਰਤਨ ਹੈ, ਖੇਵਟ ਬਿਰਲਾ ਸੰਤ। ਕਬੀਰ ਰਾਮ ਰਤਨ ਮੁਖ ਕੋਥਰੀ, ਪਾਰਖ ਆਗੇ ਖੋਲ। ਕੋਈ ਆਏ ਮਿਲੈ ਗੋ ਗਾਹਕੀ, ਲੈ ਗੋ ਮਹਿੰਗੇ ਮੋਲ। ਕਬੀਰ ਰਾਮ ਨਾਮ ਜਾਣਿਓ ਨਹੀਂ, ਪਾਲਿਓ ਕਟਕ ਕੁਟੰਬ। ਧੰਦੇ ਹੀ ਮਹਿ ਮਰ ਗਇਓ, ਬਾਹਰ ਭਈ ਨਾ ਬੰਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ। ਸਤਿਗੁਰੂ ਸਾਹਿਬ ਜੀ ਨੇ ਆਪਣੀ ਨਵਾਜ਼ਿਸ਼ ਭਰੀ ਨਦਰ ਕਰਕੇ ਸਾਨੂੰ ਸਭ ਨੂੰ ਆਪਣੀ ਮੁਬਾਰਕ ਪਵਿੱਤਰ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤ ਸੰਗਤ ਰੂਪ ਵਿੱਚ ਜੁੜਨ ਦਾ, ਸ਼ਬਦ ਦੇ ਕੀਰਤਨ ਵਿਚਾਰ ਅਭਿਆਸ ਨਾਲ ਆਪਣੇ ਅਧਿਆਤਮਿਕ ਜੀਵਨ ਦੀ ਘਾੜਤ ਕੱਢਣ ਦਾ ਅਵਸਰ ਬਖਸ਼ਿਸ਼ ਕੀਤਾ ਹੈ ਜੀ।
ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਆਪਣੇ ਜੀਵਨ ਦੀ ਸਭ ਤੋਂ ਅਮੋਲਕ ਕਰਮਸ਼ੀਲਤਾ ਨੂੰ ਧਾਰਨ ਕਰਦਿਆਂ ਸਤ ਸੰਗਤ ਦੇ ਇਸ ਉਦਮ ਦੁਆਰਾ ਆਪਣੇ ਮਨੁੱਖਾ ਜੀਵਨ ਨੂੰ ਸਕਾਰਤ ਕਰਨ ਦਾ ਨਿਰਮਲ ਯਤਨ ਕਰ ਰਹੇ ਹੋ ਜੀ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸ਼ਲੋਕਾਂ ਦੀ ਆਪ ਜੀ ਵਿਚਾਰ ਸ਼ਰਵਣ ਕਰ ਰਹੇ ਹੋ। ਲੜੀਵਾਰ ਸ਼ਲੋਕਾਂ ਦੇ ਅੰਤਰਗਤ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਕਾਇਆ ਕਜਲੀ ਬਨ ਪਿਆ, ਮਨ ਕੁੰਚਰ ਮਏ ਮੰਤ। ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਲੜੀਵਾਰ ਸ਼ਲੋਕਾਂ ਦੇ ਅੰਤਰਗਤ ਇਸ ਤੋਂ ਪਹਿਲੇ ਸ਼ਲੋਕਾਂ ਵਿੱਚ ਬਖਸ਼ਿਸ਼ ਕਰਕੇ ਨਵਾਜਿਆ ਸੀ। ਕਬੀਰ ਕੇਸੋ ਕੇਸੋ ਕੂਕੀਐ, ਕਿ ਮਾਲਕ ਦੀ ਮਿਹਰਾਮਤ ਦਾ, ਅਵਗੁਣ ਵਾਲਿਆਂ ਨੂੰ ਨਿਵਾਜਣ ਦਾ, ਗੁਣਾਂ ਤੋਂ ਹੀਣਿਆਂ ਨੂੰ ਗੁਣਾਂ ਦੇ ਸਹਿਤ ਕਰਨ ਦਾ ਅਤੇ ਸਗਲ ਮਾਇਆ ਦੀ ਭਟਕਣ ਤੋਂ ਬਚਾਉਣ ਦਾ ਜਿਹੜਾ ਮਾਲਕ ਦਾ ਮਿਹਰ ਭਰਿਆ ਕਰਮ ਹੈ, ਉਹ ਦੁਆਰ ਸਦ ਖੁੱਲ੍ਹਿਆ ਰਹਿੰਦਾ ਹੈ ਭਗਤ ਕਬੀਰ ਸਾਹਿਬ ਜੀ ਦੇ ਕਥਨ ਅਨੁਸਾਰ। ਇਸ ਕਰਕੇ ਦਿਨ ਰਾਤ ਆਪਣੇ ਜੀਵਨ ਦੀ ਜਿਵੇਂ ਦੀ ਵੀ ਵੇਦਨਾ ਹੈ, ਵਕਾਰਾਂ ਤੋਂ ਉੱਭਰਨਾ ਹੈ, ਭਗਤੀ ਭਾਵ ਵਾਲਾ ਜੀਵਨ ਬਣ ਜਾਏ, ਹਿਰਦੇ ਵਿੱਚ ਗਿਆਨ ਦਾ ਅਥਾਹ ਪ੍ਰਕਾਸ਼ ਸਮਾ ਜਾਵੇ, ਜਾਂ ਆਪਣੇ ਆਤਮ ਸਰੂਪ ਦੀ ਅਭੇਦਤਾ ਪ੍ਰਾਪਤ ਹੋ ਜਾਵੇ, ਜਿਵੇਂ ਦੀ ਵੀ ਭਾਵਨਾ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹਦੇ ਪ੍ਰਤੀ ਇਸ ਨੂੰ ਧਾਰਨ ਕਰਕੇ ਸਦਾ ਅਕਾਲ ਪੁਰਖ ਦੇ ਉਸ ਨੂੰ ਪੁਕਾਰਨ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ। ਕਦ ਪਤਾ ਨਹੀਂ ਅੱਗੋਂ ਮਿਹਰ ਭਰੀ ਨਦਰ ਹੋ ਜਾਵੇ ਅਤੇ ਮਨੁੱਖ ਦਾ ਜੀਵਨ ਸਵਰ ਜਾਵੇ। ਭਾਵ ਕਿ ਸਤ ਸੰਗਤ ਦੁਆਰਾ ਆਪਣੇ ਨਿਰਮਲ ਕਰਮਾਂ ਦੇ ਮਾਰਗ 'ਤੇ ਸਦਾ ਹੀ ਚੱਲਦੇ ਰਹਿਣਾ ਚਾਹੀਦਾ ਹੈ। ਪਤਾ ਨਹੀਂ ਕਿਸ ਦਿਨ ਸਾਡੀ ਸਾਧਨਾ ਸੰਪੂਰਨ ਹੋ ਜਾਵੇ ਅਤੇ ਇੱਕ ਪਲ ਦੇ ਵਿੱਚ ਸਾਡੇ ਸਮੁੱਚੇ ਜੀਵਨ ਦਾ ਅਧਿਆਤਮਿਕ ਪਰਿਵਰਤਨ ਹੋ ਜਾਵੇ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਕਾਇਆ ਕਜਲੀ ਬਨ ਪਿਆ, ਮਨ ਕੁੰਚਰ ਮਏ ਮੰਤ। ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਇਹ ਸਰੀਰ, ਕਾਇਆ ਦਾ ਅਰਥ ਸਰੀਰ, ਕਜਲੀ ਬਨ, ਇਹ ਇੱਕ ਜੰਗਲ ਵਾਂਗ ਬਣਿਆ ਪਿਆ ਹੈ, ਜਿਹਦੇ ਵਿੱਚ ਮਨ ਕੁੰਚਰ ਮਏ ਮੰਤ, ਅਤੇ ਜਿਹੜਾ ਵਾਸਨਾ ਵਕਾਰਾਂ ਦੇ ਸਹਿਤ ਹੋਇਆ ਮਨ ਹਾਥੀ ਵਾਂਗ ਖਰੂਦ ਕਰਦਾ ਹੈ। ਕਹਿੰਦੇ ਇਸ ਖਰੂਦ ਕਰ ਰਹੇ ਹਾਥੀ ਵਰਗੇ ਮਨ ਨੂੰ ਵਸ ਦੇ ਵਿੱਚ ਲਿਆਉਣ ਦਾ ਯਤਨ ਕਾਰਨ ਕੀ ਹੈ, ਢੰਗ ਕੀ ਹੈ? ਅੰਕੁਸ਼। ਹਾਥੀ ਨੂੰ ਉਂਝ ਪਕੜਨਾ ਬੜਾ ਮੁਸ਼ਕਿਲ ਹੈ, ਪਰ ਉਹਦੇ ਸਿਰ ਦੇ ਵਿੱਚ ਅੰਕੁਸ਼ ਭਾਵ ਇੱਕ ਤਿੱਖਾ ਸੂਆ ਆਦਿਕ ਲਗਾ ਦਿੱਤਾ ਜਾਵੇ, ਉਹਨੂੰ ਅੰਕਸ ਆਖਦੇ ਹਨ। ਤਾਂ ਗੁਰੂ ਸਾਹਿਬ ਜੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਅੰਕਸ ਗਿਆਨ ਰਤਨ ਹੈ। ਇਸ ਕਰਕੇ ਹਾਥੀ ਨੂੰ, ਆਪਣੇ ਮਨ ਰੂਪ ਹਾਥੀ ਨੂੰ, ਜਿਹੜਾ ਵਾਸਨਾ ਕਰਕੇ ਸਰੀਰ ਰੂਪ ਜੰਗਲ ਦੇ ਵਿੱਚ ਖਰੂਦ ਮਚਾ ਰਿਹਾ ਹੈ, ਕਹਿੰਦੇ ਇਹਨੂੰ ਗਿਆਨ ਦੇ ਕੁੰਡੇ ਨਾਲ ਵਸ ਕੀਤਾ ਜਾ ਸਕਦਾ ਹੈ। ਅਤੇ ਇਸ ਗਿਆਨ ਦੇ ਕੁੰਡੇ ਨੂੰ ਲਾਉਣ ਦੀ ਸੋਝੀ ਸੰਤ ਜਨਾਂ ਦੇ ਪਾਸ ਗੁਰੂ ਚਰਨਾਂ ਦੇ ਮੁਬਾਰਕ ਸਥਾਨ ਤੋਂ ਮਿਲਦੀ ਹੈ। ਇਸ ਪ੍ਰਕਾਰ ਇਸ ਸ਼ਲੋਕ ਨੂੰ ਸ਼ਬਦ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ, ਵਿਚਾਰਨ ਦਾ ਗੁਰੂ ਕਿਰਪਾ ਸਦਕਾ ਯਤਨ ਕਰੀਏ ਜੀ। ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਕਾਇਆ ਕਜਲੀ ਬਨ ਪਿਆ। ਜਦੋਂ ਮਨ ਨੂੰ ਕਿਸੇ ਦੂਜੀਆਂ ਚੀਜ਼ਾਂ ਦੇ ਰੂਪਾਂ ਦੇ ਨਾਲ ਕਿਹਾ ਜਾਂਦਾ ਹੈ, ਜਿਵੇਂ ਇੱਥੇ ਮਨ ਨੂੰ ਹਾਥੀ ਦੇ ਰੂਪ ਦੇ ਵਿੱਚ ਆਖਿਆ ਜਾ ਰਿਹਾ ਹੈ, ਇਹਦਾ ਭਾਵ ਹੈ ਕਿ ਜਦੋਂ ਸਮਝਾਉਣਾ ਹੁੰਦਾ ਕਿਸੇ ਚੀਜ਼ ਬਾਰੇ ਕਿ ਮਨ ਦੀ ਕੀ ਸਮਰੱਥਾ ਹੈ ਜਾਂ ਇਹ ਕਿਹਦੇ ਵਰਗਾ ਹੋ ਸਕਦਾ ਹੈ, ਤਾਂ ਜਿਸ ਚੀਜ਼ ਦੇ ਨਾਲ ਇਹਦੀ ਸਮਰੱਥਾ ਨੂੰ, ਇਹਦੇ ਗੁਣ ਅਵਗੁਣ ਨੂੰ ਸਮਝਾਇਆ ਜਾਂਦਾ ਹੈ, ਉਸ ਨੂੰ ਕਾਵਿ ਦੀ ਭਾਸ਼ਾ ਦੇ ਵਿੱਚ, ਪੋਇਟਿਕ ਲੈਂਗੁਏਜ ਦੇ ਵਿੱਚ ਰੂਪਕ ਆਖਦੇ ਹਨ। ਬਾਣੀ ਦਾ ਬਹੁਤ ਵਾਰ ਸਾਰਾ ਭਾਗ ਰੂਪਕ ਪੱਖ ਦੇ ਵਿੱਚ ਲਿਖਿਆ ਗਿਆ ਹੈ। ਭਾਵ ਕਿਸੇ ਚੀਜ਼ ਦੀ ਉੱਤਮਤਾ ਜਾਂ ਉਹਦਾ ਕੋਈ ਵੀ ਪੱਖ ਪ੍ਰਗਟਾਉਣਾ ਹੋਵੇ ਤੇ ਰੂਪਕ ਅਲੰਕਾਰ
ਸਭ ਤੋਂ ਸਰਲ ਅਤੇ ਆਮ ਉਪਲਬਧ ਹੋਣ ਵਾਲਾ ਅਲੰਕਾਰ ਹੈ। ਜਿਵੇਂ ਇਸ ਅਲੰਕਾਰ ਦੀਆਂ ਕਈ ਪ੍ਰਮਾਣ ਸਾਨੂੰ ਮਿਲ ਜਾਂਦੇ ਹਨ ਬਾਣੀ ਦੇ ਵਿੱਚ। ਸਤਿਗੁਰੂ ਸਾਹਿਬ ਜੀ ਜਿਵੇਂ ਕਿਸੇ ਦੀ ਸਿਫਤ ਕਰਨੀ ਹੋਵੇ, ਕਿਸੇ ਦੇ ਉੱਜਲ ਮੁੱਖ ਦੀ, ਸੁੰਦਰਤਾ ਦੀ, ਅਤੇ ਉਹਨੂੰ ਅਸੀਂ ਚੰਦ ਦੇ ਨਾਲ ਤੁਲਨਾ ਦਿੰਦੇ ਹਾਂ, ਚੰਦ ਵਰਗਾ ਆਖਦੇ ਹਾਂ। ਉਸ ਦੇ ਮੁੱਖ ਚੰਦ ਵਰਗਾ ਹੈ ਨਹੀਂ, ਪਰ ਚੰਦ ਵਰਗਾ ਆਖਣ ਦਾ ਮਤਲਬ ਹੈ ਕਿ ਇਹਦੇ ਅੰਦਰ ਸੁੰਦਰਤਾ ਬੜੀ ਹੈ। ਇਸੇ ਤਰ੍ਹਾਂ ਇਹ ਬਾਣੀ ਦੇ ਵਿੱਚ ਜਿਹੜੇ ਕਾਵਿ ਨੂੰ ਜਦੋਂ ਸਮਝਾਂਗੇ ਤਾਂ ਉਦੋਂ ਪਤਾ ਲੱਗਦਾ ਕਿ ਮਨ ਨੂੰ ਹਾਥੀ ਕਹਿਣ ਦਾ ਕੀ ਮਤਲਬ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਇਆ ਦਾ ਅਰਥ ਸਰੀਰ। ਇਹ ਸਰੀਰ ਜਿਹੜਾ ਹੈ ਇਹ ਜੰਗਲਵਤ ਹੋ ਰਿਹਾ, ਕਜਲੀ ਬਨ। ਕਜਲੀ ਬਨ ਦਾ ਅਰਥ ਦੋ ਭਿੰਨ ਭਿੰਨ ਅਰਥ ਬਣਦੇ ਹਨ, ਪਰ ਜਿਹੜਾ ਇਹਦਾ ਆਮ ਅਰਥ ਪ੍ਰਾਪਤ ਹੈ, ਅਸਾਮ ਦੇ ਵਿੱਚ ਇੱਕ ਜੰਗਲ ਹੈ, ਉਹਨੂੰ ਕਦਲੀ ਵਨ ਆਖਦੇ ਹਨ। ਉਹ ਜਿੱਥੇ ਕਜਲੀ ਬਨ ਹੈ ਉਹਦਾ ਅਸਲੀ ਨਾਮ ਕਦਲੀ ਵਨ ਹੈ। ਮੰਨਿਆ ਜਾਂਦਾ ਹੈ ਕਿ ਉਹ ਬੜੇ ਚੰਗੇ ਹਾਥੀਆਂ ਦੇ ਨਾਲ ਭਰਪੂਰ ਹੈ, ਭਾਵ ਕਿ ਭਾਰਤ ਦੇ ਵਿੱਚ ਜਿੰਨੇ ਚੰਗੇ ਹਾਥੀ ਹਨ ਜਾਂ ਹਾਥੀਆਂ ਦੀ ਜ਼ਿਆਦਾ ਜਿਹੜੀ ਵਿਸ਼ਾਲਤਾ ਹੈ ਉਸ ਜੰਗਲ ਵਿੱਚ ਪਾਈ ਜਾਂਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨ ਕੁੰਚਰ ਮਏ ਮੰਤ। ਅਤੇ ਇਸ ਸਰੀਰ ਰੂਪ ਕਜਲੀ ਬਨ ਦੇ ਵਿੱਚ ਜਿਹੜਾ ਹਾਥੀ ਹੈ ਮਨ ਰੂਪ, ਉਹ ਵਾਸਨਾ ਦੇ ਸਹਿਤ ਬੜਾ ਬਲਸ਼ਾਲੀ ਹੋ ਗਿਆ ਹੈ, ਬੜਾ ਪ੍ਰਭਾਵਸ਼ਾਲੀ ਹੋ ਗਿਆ ਅਤੇ ਵੱਸ ਦੇ ਵਿੱਚ ਨਹੀਂ ਆ ਰਿਹਾ। ਸਗਲੇ ਜੰਗਲ ਦੇ ਵਿੱਚ, ਸਾਰੇ ਜੰਗਲ ਦੇ ਵਿੱਚ ਇਸ ਮਨ ਰੂਪ ਹਾਥੀ ਨੇ ਖਰੂਦ ਮਚਾਇਆ ਹੋਇਆ ਹੈ। ਹੁਣ ਇਸ ਗੱਲ ਨੂੰ ਸਮਝਣ ਦਾ ਯਤਨ ਕਰੀਏ ਕਿ ਜਦੋਂ ਮਨ ਹਾਥੀ ਵੱਤ ਅਧਿਕ ਬਲਸ਼ਾਲੀ ਹੋ ਜਾਂਦਾ ਉਹਦੇ ਕਾਰਨ ਕੀ ਰਹਿੰਦੇ ਹਨ। ਉਦਾਹਰਨ ਦੇ ਤੌਰ 'ਤੇ ਸਭ ਤੋਂ ਪਹਿਲਾਂ ਮਨ ਨੂੰ ਸਮਝਣਾ ਜ਼ਰੂਰੀ ਹੈ। ਮਨ ਦੇ ਕੋਲੋਂ ਕੁਝ ਐਸੀਆਂ ਸਮਰੱਥਾਵਾਂ ਹਨ ਜਿਹੜੀਆਂ ਸਾਡੇ ਜੀਵਨ ਨੂੰ ਕੰਟਰੋਲ ਕਰਦੀਆਂ ਹਨ। ਜਿਵੇਂ ਸਭ ਤੋਂ ਪਹਿਲਾਂ ਮਨ ਦੇ ਕੋਲ ਕਲਪਨਾ ਦੀ ਸ਼ਕਤੀ ਹੈ। ਉਦਾਹਰਨ ਦੇ ਤੌਰ 'ਤੇ ਵਰਤਮਾਨ ਸਮੇਂ 'ਚ ਇੱਥੇ ਬੈਠੇ ਹਾਂ, ਕਿਸੇ ਤਰ੍ਹਾਂ ਦੀ, ਕਿਸੇ ਵੀ ਪੱਖ ਦੀ ਉੱਚੀ ਜਾਂ ਨਿਮਨ, ਠੀਕ ਜਾਂ ਗਲਤ ਕਲਪਨਾ ਇੱਥੇ ਬੈਠਾ ਮਨ ਕਰ ਸਕਦਾ ਹੈ। ਤਨ ਨੂੰ ਦੌੜਨ ਦੇ ਲਈ ਥਾਂ ਚਾਹੀਦੀ ਹੈ, ਤਨ ਨੂੰ ਬੈਠਣ ਦੇ ਲਈ ਥਾਂ ਚਾਹੀਦਾ ਹੈ, ਪਰ ਮਨ ਜਿਹੜੀ ਅੰਦਰ ਇੱਕ ਅਦ੍ਰਿਸ਼ ਸ਼ਕਤੀ ਕੰਮ ਕਰ ਰਹੀ ਹੈ, ਉਹਨੂੰ ਬੈਠਣ ਦੇ ਲਈ, ਉਹਨੂੰ ਦੌੜਨ ਦੇ ਲਈ, ਉਹਨੂੰ ਆਪਣੀ ਕਿਰਿਆ ਕਰਨ ਦੇ ਲਈ ਕੋਈ ਸਪੇਸ ਨਹੀਂ ਚਾਹੀਦੀ। ਇਸ ਕਰਕੇ ਇੱਥੇ ਬੈਠਾ ਮਨ ਹੋ ਸਕਦਾ ਹੈ ਅਪਰਾਧਿਕ ਕਿਸਮ ਦੇ ਖਿਆਲ ਚਿਤਵਰਿਆ ਹੋਵੇ। ਮਨੁੱਖ ਦੇ ਤਨ ਦੀ ਹਰਕਤ ਸ਼ਾਂਤ ਹੈ, ਪਰ ਉਹਦੇ ਮਨ ਦੀ ਹਰਕਤ ਬੜੀ ਅਸ਼ਾਂਤ ਵੀ ਹੋ ਸਕਦੀ। ਇਸ ਕਰਕੇ ਜਿਹੜੇ ਮਨ ਦੀ ਇਸ ਸਮਰੱਥਾ ਤੋਂ ਜਾਣੂ ਹਨ ਕਿ ਜਿਹੜਾ ਮਨ ਹੈ ਇਹ ਕਲਪਨਾ ਕਰਨ ਦੀ ਬੜੀ ਸਮਰੱਥਾ ਰੱਖਦਾ, ਅਤੇ ਕਲਪਨਾ ਦਾ ਆਧਾਰ ਹੈ ਇਹਦਾ ਫੁਰਨਾ। ਫੁਰਨੇ ਦੀ ਸਮਰੱਥਾ ਦਾ ਮਤਲਬ ਹੈ ਕਿ ਕਿਸੇ ਇੱਕ ਵਸਤੂ ਨੂੰ ਦੇਖਦਾ ਹੈ ਅਤੇ ਉਹਦੇ ਅੱਗੇ 10 ਰੂਪ ਆਪਣੇ ਆਪ ਸਿਰਜਿਤ ਕਰ ਲੈਂਦਾ ਹੈ। ਜਿਵੇਂ ਕੋਈ ਵੀ ਜਦੋਂ ਮਨ ਦੀ ਅਸੀਂ ਸਮਰੱਥਾ ਵਾਚਦੇ ਹਾਂ ਤਾਂ ਜਦੋਂ ਦੇਖਦੇ ਹਾਂ ਕਿ ਇੱਕ ਚੀਜ਼ ਦਾ ਰੂਪ ਦੇਖਿਆ, ਉਹਦੇ ਬਾਰੇ 10 ਰੂਪ ਸਾਡੇ ਸਾਹਮਣੇ ਉੱਭਰ ਕੇ ਆ ਗਏ। ਇੱਥੋਂ ਪਤਾ ਲੱਗਦਾ ਕਿ ਸਾਡੇ ਮਨ ਦੇ ਪਾਸ ਫੁਰਨਿਆਂ ਦੇ ਤਲ 'ਤੇ ਕਲਪਨਾ ਕਰਨ ਦੀ ਅਸੀਮ ਸ਼ਕਤੀ ਹੈ। ਇਸ ਕਰਕੇ ਬਾਣੀ ਦੇ ਵਿੱਚ ਵਾਕ ਆਉਂਦਾ ਨਾ, ਇਹ ਮਨ ਪੰਚ ਤੱਤ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਤਾਂ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਮਨ ਹਾਥੀ ਵਰਗਾ ਹੋ ਗਿਆ ਹੈ, ਉਹਨੂੰ ਪਹਿਲਾਂ ਸਮਝਣ ਦੀ ਲੋੜ ਹੈ ਕਿ ਇਹ ਆਪਣੀ ਕਲਪਨਾ ਦੀ ਸਮਰੱਥਾ ਠੀਕ ਹੈ, ਪਰ ਇਹ ਆਪਣੀ ਕਲਪਨਾ ਦੀ ਸਮਰੱਥਾ ਦਾ ਪ੍ਰਯੋਗ ਕਿਵੇਂ ਕਰਦਾ ਹੈ, ਜਦੋਂ ਇਸ ਗੱਲ ਨੂੰ ਵਾਚਿਆ ਜਾਏਗਾ ਤਾਂ ਫਿਰ ਸਮਝ ਆਏਗੀ। ਮਨੁੱਖ ਦੀ ਕਲਪਨਾ ਭਾਵ ਕਿ ਦਿਨਚਰਿਆ ਨੂੰ ਆਰੰਭ ਕੀਤਾ। ਮਨੁੱਖ ਦੀ ਕਲਪਨਾ ਧਰਮ ਦੇ ਕੰਮਾਂ ਵੱਲ ਗਈ ਹੈ, ਜਾਂ ਮਨੁੱਖ ਦੀ ਕਲਪਨਾ ਨੇ ਕੋਈ ਹੋਰ ਤਰ੍ਹਾਂ ਦਾ ਕਰਮ ਸਿਰਜਿਤ ਕੀਤਾ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਅਧਿਆਤਮਿਕ ਅਰਥਾਂ ਦੇ ਵਿੱਚ ਅੰਮ੍ਰਿਤ ਵੇਲੇ ਨੂੰ ਪਵਿੱਤਰ ਮੰਨਿਆ ਜਾਂਦਾ ਹੈ, ਪਰ ਉਸ ਵੇਲੇ ਦੀ ਪਵਿੱਤਰਤਾ ਨੂੰ ਨਾ ਕਮਾਉਣ ਦਾ ਜਾਂ ਕਮਾਉਣ ਦਾ ਜਿਹੜਾ ਖਿਆਲ ਹੈ, ਇਹਨੂੰ ਜਿਹੜੀ ਚੀਜ਼ ਪ੍ਰਭਾਵਿਤ ਕਰਨ ਵਾਲੀ ਉਹ ਮਨ ਦੀ ਕਲਪਨਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੂੰ ਆਪਣੀ ਮਨ ਦੀ ਇਸ ਸਮਰੱਥਾ ਦਾ ਗਿਆਨ ਨਹੀਂ, ਉਹ ਮਨ ਦੇ ਫੁਰਨਿਆਂ 'ਤੇ ਆਧਾਰਿਤ, ਕੇਂਦਰਿਤ ਜਾਂ ਨਿਮਨ ਕਿਸਮ ਦਾ ਜੀਵਨ ਜਿਉਂਦੇ ਹਨ, ਅਤੇ ਫਿਰ ਉਹਨਾਂ ਦੇ ਫੁਰਨੇ ਵੀ ਨਹੀਂ ਸਾਦੇ ਹੁੰਦੇ। ਮਨ ਵਿੱਚ ਵਿਕਾਰਾਂ ਦਾ ਫੁਰਨਾ ਉਸ ਨੂੰ ਤੁਰੰਤ ਹੀ ਪੂਰਨ ਕਰਨ ਲੱਗ ਪੈਂਦੇ ਹਨ। ਇਸ ਕਰਕੇ ਜਿਉਂ-ਜਿਉਂ ਉਹਨਾਂ ਫੁਰਨਿਆਂ ਦੀ
ਉਚਾਈ ਗਿਰਾਵਟ ਬਣਦੀ ਜਾਂਦੀ ਹੈ। ਉਂਝ ਫੁਰਨੇ ਦੀ ਉਚਾਈ ਹੈ ਕਿ ਪ੍ਰਭੂ ਦਾ ਰੂਪ ਹੋ ਜਾਣਾ, ਜੋਤ ਸਰੂਪ ਦੀ ਪਛਾਣ ਕਰਨੀ। ਪਰ ਉਸੇ ਫੁਰਨੇ ਦੇ ਤਹਿਤ ਜਦੋਂ ਵਿਕਾਰਾਂ ਦੇ ਵੱਲ ਹੀ ਹਰ ਤਰਫ ਖਿਆਲ ਚੱਲਦਾ ਰਹਿਣਾ ਹੈ ਤਾਂ ਇਹ ਮਨ ਦੇ ਕੁੰਚਰ ਹੋਣ ਦੀ ਨਿਸ਼ਾਨੀ ਹੈ। ਭਾਵ ਕਿ ਆਪਣੀ ਕਲਪਨਾ ਦੇ ਨਾਲ ਹੀ ਆਪਣਾ ਛੋਟੇ ਕਿਸਮ ਦਾ ਜੀਵਨ ਘੜ ਰਿਹਾ, ਤੇ ਘੜ ਰਿਹਾ ਮਨ, ਤੇ ਮਨ ਦਾ ਕਿਹੜਾ ਕਾਰਜ ਇਹਦੇ ਵਿੱਚ ਸ਼ਾਮਲ ਹੈ? ਮਨ ਦੀ ਕਲਪਨਾ ਵਾਲਾ ਕਾਰਜ। ਇਹ ਪਹਿਲਾ ਨੁਕਤਾ। ਦੂਜਾ ਨੁਕਤਾ, ਮਨ ਜਦੋਂ ਕੁੰਚਰ ਵਰਗਾ ਹੁੰਦਾ ਹੈ ਤਾਂ ਮਨ ਕੀ ਕਰਦਾ ਹੈ? ਮਨ ਬਹੁਤੀ ਵਾਰੀ ਆਪਣੇ ਅਸੀਮ ਸ਼ਕਤੀ ਦਾ ਪ੍ਰਯੋਗ ਕਰਦਾ ਹੈ। ਉਦਾਹਰਨ ਦੇ ਤੌਰ 'ਤੇ ਮਨ ਦੇ ਤਲ 'ਤੇ ਲੋਭ ਦਾ ਖਿਆਲ ਆਇਆ ਕਿਸੇ ਦੀ ਵਸਤ ਚੁਰਾਉਣ ਦਾ, ਮਨ ਨੇ ਫੁਰਨਾ ਦੇ ਦਿੱਤਾ ਔਰ ਇਸ ਫੁਰਨੇ ਦੇ ਵਿੱਚ ਰਸ ਵੀ ਆਇਆ। ਇੱਕ ਗੱਲ ਸਮਝਣ ਵਾਲੀ ਹੈ, ਜਦੋਂ ਮਨ ਦੇ ਫੁਰਨੇ ਨਹੀਂ ਸਾਧੇ ਹੁੰਦੇ ਤਾਂ ਮਨ ਦੇ ਫੁਰਨਿਆਂ ਦਾ ਮਨੁੱਖ ਨੂੰ ਬੜਾ ਰਸ ਆਉਂਦਾ ਹੈ। ਇਸ ਕਰਕੇ ਬਈ ਕਈ ਵਾਰੀ ਫੁਰਨਿਆਂ ਦੇ ਤਹਿਤ ਹੀ ਬੰਦਾ ਚੱਲਦਾ ਰਹਿੰਦਾ। ਜਿਵੇਂ ਲੋਭ ਦੇ ਤਹਿਤ ਕਿਸੇ ਦੀ ਵਸਤ ਚੁਰਾਉਣ ਦਾ ਫੁਰਨਾ ਆ ਗਿਆ, ਇਹ ਕੇਵਲ ਫੁਰਨਾ ਨਹੀਂ ਹੈ, ਇਹਦੇ ਵਿੱਚ ਨਾਲ ਮਨ ਨੇ ਅਗਲਾ ਖਿਆਲ ਆਪਣੇ ਆਪ ਘੜ ਦੇਣਾ ਹੈ ਕਿ ਜੇ ਚੋਰੀ ਕਰਕੇ ਕਿਸੇ ਨਾਜਾਇਜ਼ ਤਰੀਕੇ ਨਾਲ ਵਸਤ ਤੂੰ ਹਥਿਆ ਲਏਗਾ, ਤੂੰ ਅਮੀਰ ਹੋ ਜਾਏਗਾ, ਤੈਨੂੰ ਬੜਾ ਸੁੱਖ ਆਏਗਾ, ਤੂੰ ਇਹਦਾ ਆਨੰਦ ਮਾਣੇਗਾ। ਮਨ ਇੱਕ ਤੋਂ ਇੱਕ ਅੱਗੇ ਖਿਆਲ ਘੜ ਕੇ ਦੇ ਦਿੰਦਾ ਤੇ ਬੰਦਾ ਉਸ ਦੇ ਸਹਿਤ ਹੋ ਜਾਂਦਾ ਹੈ। ਇਸ ਕਰਕੇ ਫਿਰ ਜਦੋਂ ਇਸ ਤੋਂ ਅਗਲਾ ਕਾਰਜ ਕਰਨਾ ਹੁੰਦਾ ਬੁੱਧੀ ਨੇ, ਤੇ ਕਈ ਵਾਰੀ ਜਦੋਂ ਮਨ 'ਚ ਫੁਰਨੇ ਬਹੁਤ ਵਾਰੀ ਜ਼ਿਆਦਾ ਸਮਾਂ ਚੱਲਦੇ ਰਹਿੰਦੇ ਹਨ ਤਾਂ ਬੁੱਧੀ ਜਿਹੜੀ ਹੈ ਨਿਰਣਾ ਕਰਦੀ ਹੈ, ਤਾਂ ਮਨੁੱਖ ਉਸ ਨਿਰਣੇ ਨੂੰ ਪਿੱਛੇ ਛੱਡ ਦਿੰਦਾ ਹੈ ਤੇ ਮਨ ਜਿਹੜਾ ਹੈ ਬੁੱਧੀ ਦੀ ਹਰਡਲ ਨੂੰ ਉਲੰਘ ਕੇ ਮਨੁੱਖ ਨੂੰ ਇੱਕ ਨਿਮਨ ਕਰਮ ਦੀ ਤਰਫ ਲੈ ਜਾਂਦਾ। ਇਸ ਕਰਕੇ ਮਨ ਦਾ ਦੂਜਾ ਨੁਕਤਾ ਸਮਝਣ ਦਾ ਕਾਰਨ ਇਹ ਹੈ ਕਿ ਮਨ ਸਾਨੂੰ ਹਰ ਵੇਲੇ ਆਪਣੀ ਘਾਟ ਦੀ ਤਰਫ ਲਗਾਈ ਰੱਖਦਾ ਹੈ। ਇਹ ਸਾਡੀ ਬੁੱਧੀ ਨੂੰ ਕਾਰਜ ਕਰਨ ਤੋਂ ਵਿਕਲਾਂਗ ਕਰ ਦਿੰਦਾ ਹੈ। ਇਸ ਕਰਕੇ ਇਹ ਕਾਰਨ ਹੈ ਕਿ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਆਪਣੇ ਫੁਰਨਿਆਂ ਨੂੰ ਕਿਸ ਤਰਫ ਲਗਾਉਣਾ ਹੈ। ਇਸ ਕਰਕੇ ਜਦੋਂ ਇਹਦਾ ਕੋਈ ਨਿਸ਼ਚਿਤ ਨੇਮ ਨਹੀਂ ਬਣਾਇਆ ਜਾਂਦਾ, ਉਦੋਂ ਮਨ ਦੇ ਜਿਹੜੇ ਫੁਰਨੇ ਹਨ ਉਹ ਮਨੁੱਖ ਨੂੰ ਕੰਟਰੋਲ ਨਹੀਂ ਰਹਿਣ ਦਿੰਦੇ। ਇਹ ਦੂਜਾ ਕਾਰਨ। ਤੀਜਾ ਕਾਰਨ ਹੈ ਕਿ ਮਨੁੱਖ ਦਾ ਮਨ ਹੌਲੀ ਹੌਲੀ ਇਹਦੇ ਬਾਕੀ ਪੱਧਰਾਂ 'ਤੇ ਵੀ ਅਸਰ ਪਾ ਲੈਂਦਾ ਹੈ। ਪਹਿਲੀ ਦਫਾ ਕੋਈ ਵਿਕਾਰ ਦਾ ਰਸ ਪੂਰਾ ਕੀਤਾ, ਉਹ ਰਸ ਜਿਹੜਾ ਹੈ ਉਹਦਾ ਭਾਵ ਭੁੱਲ ਚੁੱਕਿਆ ਹੈ। ਪਤਾ ਨਹੀਂ ਕਿਵੇਂ ਦਾ ਵਿਕਾਰ ਦਾ ਰਸ ਸੀ, ਭੁੱਲ ਚੁੱਕਦਾ ਹੈ ਮਨੁੱਖ। ਪਰ ਮਨੁੱਖ ਦਾ ਜਿਹੜਾ ਮਨ ਹੈ ਉਹ ਚਿੱਤ ਨੂੰ ਕਈ ਵਾਰੀ ਇੰਨਾ ਪ੍ਰਭਾਵਿਤ ਕਰ ਦਿੰਦਾ ਹੈ ਕਿ ਉਹ ਪੁਰਾਣੇ ਬੀਤੇ ਹੋਏ ਕਰਮਾਂ ਦੇ ਰਸ ਕੱਢ ਕੱਢ ਕੇ ਅੱਗੇ ਰੱਖਦਾ ਹੈ ਅਤੇ ਬਾਰ-ਬਾਰ ਅੰਦੋਲਿਤ ਕਰਦਾ ਹੈ ਸਰੀਰ ਨੂੰ ਉਸ ਤਰਫ ਜਾਣ ਦੇ ਲਈ। ਇਸ ਕਰਕੇ ਮਨ ਆਪਣੀ ਅਸੀਮ ਸ਼ਕਤੀ, ਇਸ ਕਰਕੇ ਇਹਨੂੰ ਸਰਲ ਇੰਝ ਸਮਝ ਲਵੋ ਕਿ ਮਨ ਆਪਣੇ ਆਪ ਦੇ ਵਿੱਚ ਅਦ੍ਰਿਸ਼ ਸ਼ਕਤੀ ਹੈ। ਜਿਹੜਾ ਇਸ ਸ਼ਕਤੀ ਦੀ ਪਛਾਣ ਕਰਕੇ ਇਹਦਾ ਚੰਗੀ ਕਿਸਮ ਦਾ ਪ੍ਰਯੋਗ ਕਰਦਾ ਹੈ ਉਹ ਗੁਰਮੁਖ ਦੀ ਤਰਫ ਚਲਾ ਜਾਂਦਾ ਹੈ, ਅਤੇ ਜਿਹੜਾ ਇਹਦੇ ਆਪਣੇ ਅਨੁਸਾਰ, ਜਿਹੜਾ ਮਨ ਦੇ ਅਨੁਸਾਰ ਹੀ ਕਰਮ ਕਰਦਾ, ਮਨਮੁਖਤਾ ਵੱਲ ਚਲਿਆ ਜਾਂਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਾਇਆ ਕਜਲੀ ਬਨ ਪਿਆ। ਇਸ ਸਰੀਰ ਰੂਪ ਘਰ ਦੇ ਵਿੱਚ ਜਿਹੜਾ ਮਨ ਕੁੰਚਰ ਦੀ ਹਾਥੀ ਦੀ ਨਿਆਈ ਹੈ, ਇਹ ਹੁਣ ਕਰਦਾ ਕੀ ਹੈ? ਇਹ ਕਰਦਾ ਕੀ ਹੈ ਮਨ ਅਸਲ ਦੇ ਵਿੱਚ ਕਿ ਸਭ ਤੋਂ ਪਹਿਲਾਂ ਫੁਰਨਿਆਂ ਦੀ ਨਾ ਸਾਧਨਾ ਹੋਣ ਕਰਕੇ ਜੋ ਦੇਖ ਰਿਹਾ ਹੈ ਉਹਦੇ ਅਨੁਸਾਰ ਹੀ ਅੰਦਰ ਸੋਚਣ ਲੱਗ ਪੈਂਦਾ ਹੈ। ਰੂਪ ਦੇ ਬੜੇ ਪੱਧਰ ਦੇਖੇ ਹਨ, ਰੂਪ ਦੀ ਹੀ ਕਲਪਨਾ ਕਰਨ ਲੱਗ ਪਿਆ ਹੈ। ਪਦਾਰਥਾਂ ਦੀ ਵਡਿਆਈ ਦੇਖੀ ਹੈ, ਮਾਇਆ ਦੀ ਜਾਂ ਹੋਰ ਕੁਝ ਦੀ, ਸੰਪੱਤੀ ਦੀ, ਸੋਨੇ ਆਦਿਕ ਦੀ, ਉਹਦੇ ਕਲਪਨਾ ਕਰਨ ਲੱਗ ਪਿਆ ਹੈ। ਜੀਵਨ ਦੇ ਵਿੱਚ ਕਿਸੇ ਦੇ ਵਿਕਾਰਾਂ ਵਾਲੇ ਜੀਵਨ ਨੂੰ ਦੇਖਿਆ ਕਿ ਉਹਦਾ ਜੀਵਨ ਬੜਾ ਰਸਕ ਜਿਹਾ ਲੱਗਦਾ ਹੈ, ਉਸ ਨੂੰ ਦੇਖ ਕੇ ਉਵੇਂ ਦੀ ਕਲਪਨਾ ਕਰਨ ਲੱਗ ਪੈਂਦਾ ਹੈ। ਕਲਪਨਾ ਕਰਨ ਤੋਂ ਬਾਅਦ ਉਹ ਫੁਰਨਾ ਕਰਮ ਬਣਨਾ ਸ਼ੁਰੂ ਹੋ ਜਾਂਦਾ ਹੈ। ਜਿਉਂ-ਜਿਉਂ ਕਰਮ ਬਣਨਾ ਸ਼ੁਰੂ ਹੋ ਜਾਂਦਾ, ਪਹਿਲੀ ਗੱਲ ਤਾਂ ਫੁਰਨਾ ਨਹੀਂ ਸਾਧਿਆ। ਜਦੋਂ ਉਹ ਫੁਰਨਾ ਕਰਮ ਬਣ ਗਿਆ, ਹੁਣ ਉਸ ਕਰਮ ਨੇ ਚਿੱਤ ਦੇ ਉੱਪਰ ਆਪਣਾ ਅਵੱਸ ਅਸਰ ਪਾਉਣਾ ਹੈ। ਜਦ ਚਿੱਤ ਦੇ ਉੱਪਰ ਉਹਨਾਂ ਫੁਰਨਿਆਂ ਦਾ, ਵਿਕਾਰੀ ਫੁਰਨਿਆਂ ਦਾ ਅਸਰ ਬਣ ਜਾਂਦਾ ਹੈ, ਅਤੇ ਫਿਰ ਜਿਹੜਾ ਮਨ ਹੈ ਵਾਸਨਾ ਦੇ ਸਹਿਤ ਹਾਥੀ ਵਰਗਾ ਹੋ ਜਾਂਦਾ ਹੈ। ਫਿਰ ਇਹ ਪਕੜਿਆ ਨਹੀਂ ਜਾਂਦਾ। ਬੜੇ ਐਸੇ ਮਨੁੱਖ ਜੀਵਨ ਦੇ ਵਿੱਚ ਮਿਲਦੇ ਹਨ ਜਿਨ੍ਹਾਂ ਨੂੰ ਇਹ ਪੂਰਾ ਪਤਾ ਹੈ ਕਿ ਸਾਡਾ ਮਨ ਵਿਕਾਰਾਂ ਕਰਕੇ, ਤ੍ਰਿਸ਼ਨਾ ਕਰਕੇ, ਵਾਸਨਾ ਕਰਕੇ, ਆਪ ਹੁਦਰੇਪਣ ਕਰਕੇ ਹਾਥੀ ਵਰਗਾ ਹੋ ਗਿਆ ਹੈ। ਸਾਰਾ ਦਿਨ ਅਸ਼ਾਂਤ ਕਰੀ ਰੱਖਦਾ ਹੈ।
ਪਰ ਉਹਨਾਂ ਦੇ ਕੋਲ ਕੋਈ ਸਾਧਨ ਨਹੀਂ ਹੈ ਕਿ ਹੁਣ ਇਸ ਮਨ ਨੂੰ ਕਿਸੇ ਤਰੀਕੇ ਦੇ ਨਾਲ ਪ੍ਰੇਰ ਕੇ ਮੁੜ ਆਪਣੀ ਸਥਿਤੀ ਦੇ ਵਿੱਚ ਲਿਆਇਆ ਜਾ ਸਕੇ। ਹੁਣ ਇਸ ਗੱਲ ਦਾ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਜਦੋਂ ਮਨ ਹਾਥੀ ਵਰਗਾ ਹੁੰਦਾ ਹੈ, ਉਹਦਾ ਕਾਰਨ ਕੀ ਹੈ? ਹਾਥੀ ਦੇ ਨਾਲ ਕਿਉਂ ਤਸ਼ਬੀਹ ਦਿੱਤੀ ਗਈ ਹੈ? ਮੰਨਿਆ ਜਾਂਦਾ ਹਾਥੀ ਦੇ ਅੰਦਰ ਇੱਕੋ ਔਗਣ ਪ੍ਰਮੁੱਖ ਹੁੰਦਾ, ਇੱਕੋ ਦੋਸ਼ ਹੈ ਕਾਮ ਦਾ। ਜਦੋਂ ਕਹਿੰਦੇ ਹਾਥੀ ਨੂੰ ਪਕੜਿਆ ਜਾਂਦਾ ਹੈ ਤਾਂ ਉਹਨੂੰ ਕੋਈ ਜੰਜੀਰਾਂ ਨਹੀਂ ਮਾਰੀਆਂ ਜਾਂਦੀਆਂ, ਇੱਕ ਕਾਗਜ਼ ਦੀ ਹਸਤਨੀ ਬਣਾ ਕੇ, ਇੱਕ ਵੱਡਾ ਸਾਰਾ ਟੋਆ ਕੱਢ ਕੇ, ਇੱਕ ਬਾਂਸ ਦੀ ਹਲਕੀ ਜਿਹੀ ਛੱਤ ਬਣਾ ਕੇ ਉਹਦੇ ਉੱਪਰ ਕਾਗਜ਼ ਦੀ ਹਥਨੀ ਦਾ ਆਕਾਰ ਜਿਹਾ ਰੱਖ ਦਿੱਤਾ ਜਾਂਦਾ ਹੈ। ਕਹਿੰਦੇ ਕਾਮ ਦਾ ਅੰਦੋਲਿਤ ਹੋਇਆ ਹਾਥੀ ਉਸ ਨੂੰ ਦੇਖ ਕੇ ਭੱਜਾ ਆਉਂਦਾ ਹੈ ਅਤੇ ਉਹਦੇ ਸੰਗ ਲੱਗਣਾ ਚਾਹੁੰਦਾ ਹੈ। ਇਤਨੇ ਨੂੰ ਉਹ ਗਹਿਰੇ ਟੋਏ ਖਾਈ ਦੇ ਵਿੱਚ ਗਿਰ ਜਾਂਦਾ ਹੈ ਤਾਂ ਬਾਅਦ ਦੇ ਵਿੱਚ ਉਸ ਟੋਏ ਵਿੱਚ ਗਿਰੇ ਦੇ ਉੱਪਰ ਅੰਕੁਸ਼ ਲਗਾ ਲੈਂਦੇ ਹਨ, ਜਬਰੀ ਥੋੜ੍ਹਾ ਜਿਹਾ ਯਤਨ ਕਰਕੇ, ਭਾਵ ਸਿਰ ਵਿੱਚ ਕਿਸੇ ਢੰਗ ਨਾਲ ਕੁੰਡਾ ਠੋਕ ਲੈਂਦੇ ਹਨ। ਫਿਰ ਥੋੜ੍ਹਾ ਉਸ ਟੋਏ ਨੂੰ ਖੁੱਲ੍ਹਾ ਕਰਕੇ ਹਾਥੀ ਨੂੰ ਬਾਹਰ ਕੱਢ ਕੇ ਜੰਜੀਰਾਂ ਜਕੜ ਲੈਂਦੇ ਹਨ ਅਤੇ ਉਹ ਪਕੜਿਆ ਜਾਂਦਾ ਹੈ। ਇਸ ਕਰਕੇ ਤਾਂ ਕਰਕੇ ਬਾਣੀ ਦੇ ਵਿੱਚ ਵਾਕ ਆਉਂਦੇ ਨੇ, ਕਾਲ ਬੂਥ ਕੀ ਹਸਤਨੀ ਮਨ ਬੌਰਾ ਰੇ, ਚਲਤ ਰਸਿਓ ਜਗਦੀਸ਼, ਕਾਮ ਸੁਆਏ ਗਜ ਬਸ ਪਰੇ ਮਨ ਬੌਰਾ ਰੇ, ਅੰਕਸ ਸਇਓ ਸੀਸ। ਇੰਝ ਹੀ ਮਨੁੱਖ ਦਾ ਮਨ ਜਿਹੜਾ ਹੈ ਹਾਥੀ ਵਾਂਗ ਹੋ ਜਾਂਦਾ ਹੈ। ਹੁਣ ਦੇਖੋ, ਜੈਂਡਰ ਦੇ ਨੁਕਤੇ ਤੋਂ ਤਾਂ 3 ਪੱਧਰ ਬਣੇ ਹਨ, ਪਰ ਹੁਣ ਜੇ ਮਨੁੱਖ ਆਪਣੀ ਬੁੱਧੀ ਦਾ ਨਿਰਣੇ ਦੁਆਰਾ ਚੱਲੇ ਤਾਂ ਉਹ ਕਹੇਗਾ ਕਿ ਜੈਂਡਰ ਦਾ ਭੇਦ ਹੈ ਪਰ ਆਤਮ ਸਰੂਪ ਇੱਕੋ ਹੈ, ਰੰਗਾਂ ਦਾ ਭੇਦ ਹੈ ਪਰ ਪਰਮ ਰੰਗ ਇੱਕੋ ਹੈ। ਪਰ ਮਨ ਇਸ ਉਚਾਈ ਨੂੰ ਪ੍ਰਵਾਨ ਨਹੀਂ ਕਰਦਾ। ਮਨ ਕਹਿੰਦਾ ਸਾਰੇ ਇੱਕੋ ਰੂਪ ਨਹੀਂ ਹਨ, ਕੋਈ ਵਿਸ਼ੇਸ਼ ਹੈ, ਕੋਈ ਨਿਮਨ ਹੈ। ਇਸ ਕਰਕੇ ਮਨ ਜਦੋਂ ਇਸ ਤਰ੍ਹਾਂ ਦੇ ਖਿਆਲ ਘੜਨ ਲੱਗ ਪੈਂਦਾ ਹੈ, ਇਹਦਾ ਮਤਲਬ ਮਨ ਦਾ ਸੰਸਾਰ ਕੰਮ ਕਰਨ ਲੱਗ ਪੈਂਦਾ ਹੈ ਅਤੇ ਮਨ ਆਪਣੇ ਦੋਸ਼ ਕਰਕੇ। ਇਸ ਕਰਕੇ ਦੁਨੀਆ ਦੇ ਵਿਦਵਾਨ ਪੁਰਖਾਂ ਨੇ ਕਿਹਾ ਕਿ ਜਿਸ ਬੰਦੇ ਨੂੰ ਆਪਣੇ ਮਨ ਦੀ ਸ਼ਕਤੀ ਦਾ ਗਿਆਨ ਨਹੀਂ, ਪਹਿਲੀ ਗੱਲ ਗਿਆਨ ਹੀ ਨਹੀਂ, ਉਹ ਜੀਵਨ 'ਚ ਕਦੀ ਸਪਿਰਿਚੁਅਲ ਨਹੀਂ ਹੋ ਸਕਦਾ। ਜਿਹਨੂੰ ਆਪਣੇ ਫੁਰਨਿਆਂ ਦੇ ਸੁਭਾਅ ਨਹੀਂ ਫੜਨੇ ਆਉਂਦੇ, ਜਿਹਨੂੰ ਆਪਣੇ ਫੁਰਨੇ ਅੱਗੇ ਕਿਵੇਂ ਵਿਕਾਸ ਕਰਦੇ ਹਨ ਉਹ ਨਹੀਂ ਪਤਾ ਲੱਗਦਾ, ਉਹ ਕਹਿੰਦੇ ਕਦੇ ਬੰਦਾ ਜ਼ਿੰਦਗੀ 'ਚ ਅਧਿਆਤਮਿਕ ਨਹੀਂ ਹੋ ਸਕਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਾਇਆ ਕਜਲੀ ਬਨ ਪਿਆ ਮਨ ਕੁੰਚਰ ਮੈ ਮੰਤ। ਹੁਣ ਮਨ ਦੇ ਹਾਥੀ ਹੋਣ ਦੇ ਲੱਛਣ ਕੀ ਹਨ? ਇਹਦੇ ਲੱਛਣ ਹਨ ਕਿ ਮਨੁੱਖ, ਕਿਉਂਕਿ ਇਹਦੇ ਲੱਛਣ ਬਾਹਰ ਬਹੁਤ ਘੱਟ ਪ੍ਰਗਟ ਹੁੰਦੇ ਹਨ, ਕਈ ਵਾਰ ਬਹੁਤ ਘੱਟ ਬੰਦਿਆਂ ਦੀ ਜ਼ਿੰਦਗੀ ਦੇ ਵਿੱਚ ਇਹਦੇ ਲੱਛਣ ਪ੍ਰਗਟ ਹੁੰਦੇ ਹਨ, ਪਰ ਗੱਲ ਅੰਤਰੀਵ ਕਰ ਰਹੇ ਹਨ। ਤਾਂ ਇਹਦਾ ਭਾਵ ਇਹ ਹੈ ਕਿ ਮਨੁੱਖ ਦੀ ਸੁਰਤ ਦੇ ਵਿੱਚ ਹਰ ਵੇਲੇ ਜਿਹਦੇ ਖਿਆਲ ਚੱਲਦੇ ਰਹਿੰਦੇ ਹਨ ਅਤੇ ਉਹਨਾਂ ਖਿਆਲਾਂ ਦਾ ਕੇਂਦਰ ਵੀ ਵਿਕਾਰ ਰਹਿੰਦੇ ਹਨ, ਤਾਂ ਸਮਝ ਲੈਣਾ ਕਿ ਮਨੁੱਖ ਦਾ ਮਨ ਜਿਹੜਾ ਹੈ ਕੁੰਚਰ ਦੀ ਨਿਆਈ, ਹਾਥੀ ਦੀ ਨਿਆਈ ਵਾਸਨਾ ਦੇ ਬਲ ਕਰਕੇ ਬੜਾ ਅਧਿਕ ਪ੍ਰਭਾਵਸ਼ਾਲੀ ਹੋ ਗਿਆ। ਕਿਸੇ ਸਮੇਂ ਵੀ ਇਹਦੇ ਫੁਰਨਿਆਂ ਨੂੰ ਵਿਸ਼ਰਾਮ ਨਹੀਂ ਲੱਗਣ ਦਾ ਕਾਰਨ ਇਹ ਹੈ ਕਿ ਇਹ ਕਿਸੇ ਵੀ ਤਰੀਕੇ ਨਾਲ ਠਹਿਰ ਨਹੀਂ ਰਿਹਾ। ਦੂਜਾ ਇਹਦਾ ਕਾਰਨ ਹੈ ਕਿ ਜਦੋਂ ਮਨ ਕੁੰਚਰ ਵਰਗਾ ਹੋ ਜਾਂਦਾ ਹੈ ਅਤੇ ਇਹ ਇੱਕੋ ਕਿਸਮ ਦੇ ਹੀ ਕਾਰਜ ਕਰਦਾ ਹੈ। ਦੂਜੇ ਕਿਸਮ ਦੇ ਕਾਰਜਾਂ ਨੂੰ ਰੱਦ ਕਰਨ, ਇੱਕੋ ਕਿਸਮ ਦੇ ਕਾਰਜ ਦਾ ਮਤਲਬ ਇਹਨੂੰ ਕੇਵਲ ਆਪਣੀ ਜਿਹੜੀ ਵਿਕਾਰੀ ਰਸ ਹਨ ਉਹਨਾਂ ਨੂੰ ਪੂਰੇ ਕਰਨ ਦੀ ਮਨਸ਼ਾ ਲੱਗੀ ਰਹਿੰਦੀ ਹੈ, ਹੋਰ ਕੋਈ ਦੂਜਾ ਕਾਰਨ ਹੈ ਨਹੀਂ। ਅਤੇ ਜਦੋਂ ਮਨ ਕੁੰਚਰ ਵਰਗਾ ਹੋ ਜਾਂਦਾ ਹੈ ਵਾਸਨਾ ਕਰਕੇ, ਫਿਰ ਇਹ ਸਾਰੀਆਂ ਮਰਿਆਦਾਵਾਂ ਦਾ ਵੀ ਉਲੰਘਣ ਕਰਦਾ ਹੈ। ਜਿਵੇਂ ਜਦੋਂ ਹਾਥੀ ਖਰੂਦ ਦੇ ਉੱਪਰ ਉਤਰ ਆਏ ਤਾਂ ਜੰਗਲ ਦਾ ਬਹੁਤ ਸਾਰਾ ਹਿੱਸਾ ਪੁੱਟ ਛੱਡਦਾ ਹੈ। ਇਸੇ ਤਰ੍ਹਾਂ ਜਦੋਂ ਮਨ ਵਾਸਨਾ ਦੇ ਸਹਿਤ ਹੋ ਜਾਂਦਾ ਹੈ, ਇਹ ਗ੍ਰਸਤ ਦੀ ਮਰਿਆਦਾ ਵੀ ਉਲੰਘ ਜਾਂਦਾ ਹੈ। ਇਹ ਸੰਬੰਧਾਂ ਦਾ ਜਿਹੜੀ ਪਵਿੱਤਰਤਾ ਹੈ ਉਹਨੂੰ ਵੀ ਉਲੰਘ ਜਾਂਦਾ ਹੈ। ਇਹ ਸਭ ਕਿਸਮ ਦੀ ਪਵਿੱਤਰਤਾ ਨੂੰ ਉਲੰਘ ਕੇ ਖਰੂਦੀ ਰੂਪ ਦੇ ਵਿੱਚ ਹਰ ਮਰਿਆਦਾ ਦੇ ਜਿਹੜੀ ਹੈ ਉਸ ਨੂੰ ਵਿਗਾੜ ਦਿੰਦਾ ਹੈ। ਇਹ ਮਨ ਦੇ ਕੁੰਚਰ ਹੋਣ ਦੀ ਨਿਸ਼ਾਨੀ ਹੈ। ਇਸ ਕਰਕੇ ਜਦ ਵਰਤਮਾਨ ਸਮੇਂ 'ਚ ਕੁਝ ਖਬਰਾਂ ਆਦਿਕ ਪੜ੍ਹਦੇ ਹੋ, ਉਹਦੇ ਵਿੱਚ ਬੜੇ ਘਾਤਕ ਜਾਂ ਬੜੇ ਡਰਾਉਣੇ ਜਿਹੇ ਕਿਸਮ ਦੇ ਕਈ ਵਾਰੀ ਖਿਆਲ ਆਏ ਹੁੰਦੇ ਨੇ, ਜਿਹਦੇ ਵਿੱਚ ਸੰਬੰਧਾਂ ਦੀ ਪਵਿੱਤਰਤਾ, ਗ੍ਰਸਤ ਧਰਮ ਦਾ ਆਚਰਣ ਦਾ ਬੇੜਾ ਗਰਕ ਹੋਇਆ ਹੁੰਦਾ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਕਿ ਇੱਕ ਮਨ ਜਿਹੜਾ ਕੰਟਰੋਲਡ ਹੋ ਸਕਦਾ ਸੀ। ਹੁਣ ਦੇਖੋ, ਮਨ ਨੂੰ ਕਈ ਜਗ੍ਹਾ ਭਗਤ ਕਬੀਰ ਸਾਹਿਬ ਜੀ ਨੇ ਹੋਰਾਂ ਦੇ ਨਾਲ ਵੀ ਤਸ਼ਬੀਹ ਦਿੱਤੀ ਹੈ। ਮਨ ਨੂੰ ਚੂਹੇ ਨਾਲ ਦਿੱਤੀ ਹੈ, ਮਨ ਨੂੰ ਕੂਕਰ ਨਾਲ ਦਿੱਤੀ ਹੈ। ਹੁਣ ਉਦਾਹਰਨ ਦੇ ਤੌਰ 'ਤੇ
ਇੱਕ ਜਿਵੇਂ ਮਨ ਕੂਕਰ ਵਾਂਗ ਹੈ। ਜੇ ਮਨ ਕੂਕਰ ਵਾਂਗ ਲੋਭ ਦੇ ਕਰਕੇ ਹਲਕਾਇਆ ਹੋ ਗਿਆ ਹੈ ਤਾਂ ਕਿਤਨਿਆਂ ਨੂੰ ਕੱਟ ਲਏਗਾ। ਮੰਨਿਆ ਜਾਂਦਾ ਕਿ ਹਲਕਾਇਆ ਹੋਇਆ ਕੂਕਰ 15 ਤੋਂ 20 ਮਨੁੱਖਾਂ ਨੂੰ ਕੱਟ ਲਏ, ਉਸ ਤੋਂ ਬਾਅਦ ਉਹਦੀ ਉਸੇ ਹਲਕਾ ਦੀ ਉਤੇਜਤਾ ਵਧਣ ਦੇ ਨਾਲ ਖੁਦ ਬ ਖੁਦ ਮੌਤ ਵੀ ਹੋ ਜਾਂਦੀ। ਹੁਣ ਲੋਭ ਦੇ ਵੱਸ ਹੋਇਆ ਮਨ ਹੈ ਕੂਕਰ ਵਾਂਗ, ਕਿੰਨਿਆਂ ਨੂੰ ਕੱਟ ਲਏਗਾ। ਹੱਦ ਇੱਕ ਨੂੰ ਕੱਟ ਲਏਗਾ, 2 ਨੂੰ ਕੱਟ ਲਏਗਾ, 100 ਤੱਕ ਕੱਟ ਲਏਗਾ। ਪਰ ਕੱਟਣ ਦੀ ਸਮਰੱਥਾ ਮਤਲਬ, ਇਹ ਕੱਟਣ ਦਾ ਮਤਲਬ ਕਿਸੇ ਦਾ ਹੱਕ ਪੁਰਾਇਆ ਮਾਰਨਾ, ਉਹਦੇ ਹੱਥੋਂ ਗਲਤ ਤਰੀਕੇ ਨਾਲ ਚੀਜ਼ ਚੁਰਾਉਣੀ, ਕਿਸੇ ਨਾ ਕਿਸੇ ਕੋ ਤਾਂ ਪਕੜਿਆ ਜਾਏਗਾ। ਮਨ ਦਾ ਕੂਕਰ ਵਾਲਾ ਰੂਪ ਜਿਹੜਾ ਲੋਭ ਦੇ ਅਧੀਨ ਹੋਇਆ, ਪਰ ਜਿਹੜਾ ਮਨ ਦੇ ਕਾਮ ਅਧੀਨ ਵਾਲਾ ਰੂਪ ਹੈ ਕੁੰਚਰ ਵਾਲਾ, ਇਹ ਕਿਵੇਂ ਪਕੜਿਆ ਜਾ ਸਕੇਗਾ। ਇਹ ਤਾਂ ਆਪਣੀਆਂ ਸੂਖਮ ਕਿਰਿਆਵਾਂ ਦੇ ਨਾਲ ਆਪਣੇ ਵਿਕਾਰੀ ਰੂਪ ਨੂੰ ਪੂਰਾ ਕਰਦਾ ਰਹਿੰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨ ਕੁੰਚਰ ਮਏ ਮੰਤ। ਹੁਣ ਕੂਕਰ ਹੈ ਜਲਦੀ ਵੱਸ ਦੇ ਵਿੱਚ ਆ ਜਾਂਦਾ ਹੈ, ਜੇ ਮਨ ਪੰਛੀ ਵਰਗਾ ਹੋਵੇ ਤਾਂ ਵੱਸ ਆ ਜਾਂਦਾ ਹੈ। ਪਰ ਹੁਣ ਜਦੋਂ ਮਨ ਹੋ ਹੀ ਹਾਥੀ ਵਰਗਾ ਗਿਆ ਤਾਂ ਇਹਦੇ ਵੱਸ ਆਉਣ ਦੀ ਸੰਭਾਵਨਾ, ਫਿਰ ਦੂਜੇ ਯਤਨ ਬਾਕੀ ਨਹੀਂ ਬਚਣਗੇ। ਫਿਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਬਣੇ ਹੋਏ ਮਨ ਦੀ ਹੱਲ ਕੀ ਹੈ, ਅੰਕਸ ਗਿਆਨ ਰਤਨ ਹੈ। ਕਹਿੰਦੇ ਕੇਵਲ ਇਹਦਾ ਕੁੰਡਾ ਕੀ ਬਣ ਸਕਦਾ ਹੈ, ਗਿਆਨ ਰਤਨ। ਔਰ ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਬਿਲਕੁਲ ਤੀਖਣ ਸ਼ਬਦ ਵਰਤਿਆ ਇੱਥੇ। ਤੀਖਣ ਦਾ ਅਰਥ ਹੁੰਦਾ ਹੈ ਕਿ ਜਿਹਦੇ ਵਿੱਚ ਕੋਈ ਗੁੰਜਾਇਸ਼ ਨਹੀਂ ਬਚਦੀ ਗੱਲ ਨੂੰ ਪੂਰਾ ਕਹਿਣ ਦੀ। ਉਹਨਾਂ ਨੇ ਸ਼ਬਦ ਜੇ ਗਿਆਨ ਵਰਤਿਆ ਹੈ ਤਾਂ ਰਤਨ ਵੀ ਵਰਤਿਆ। ਉਹਦਾ ਭਾਵ ਹੈ ਕਿ ਮਨ ਦੀ ਚਰਚਾ ਬੜੀ ਚੱਲਦੀ ਹੈ, ਮਨ ਦੇ ਸੰਬੰਧ ਦੇ ਵਿੱਚ ਬਹੁਤ ਕੁਝ ਕਿਹਾ ਜਾਂਦਾ, ਪਰ ਇਹਨੂੰ ਰਤਨ ਰੂਪ ਦੇ ਵਿੱਚ ਕੋਈ ਨਹੀਂ ਵਿਚਾਰਦਾ। ਰਤਨ ਉਹਨਾਂ ਤਾਂ ਕਿਹਾ ਕਿ ਜੇ ਫੁਰਨਾ ਨਿਵਾਣ ਨੂੰ ਜਾਏਗਾ ਤੇ ਵਕਾਰ ਨੂੰ ਜਨਮ ਦੇਵੇਗਾ, ਜੇ ਇਹੀ ਫੁਰਨਾ ਜਿਹੜਾ ਹੈ ਪ੍ਰਭੂ ਦੀ ਯਾਦ ਤਰਫ ਜਾਏਗਾ ਤੇ ਲਿਵ ਵਾਲਾ ਜੀਵਨ ਪੈਦਾ ਹੋਏਗਾ। ਇਸ ਕਰਕੇ ਗਿਆਨ ਰਤਨ ਕਹਿਣ ਦਾ ਮਤਲਬ ਹੈ ਭਗਤ ਕਬੀਰ ਸਾਹਿਬ ਜੀ ਦਾ ਕਿ ਗਿਆਨ ਨੂੰ ਧਾਰਨ ਕਰਕੇ ਉਹਦੀ ਬਾਰੀਕ ਸੋਝੀ ਵੀ ਬਣਾਉਣੀ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਜਿਹੜੇ ਸੁੱਚੇ ਮੋਤੀ ਪ੍ਰਾਪਤ ਹੁੰਦੇ ਹਨ ਜਾਂ ਜਿਹੜੇ ਬੜੇ ਚਮਕਦਾਰ ਮੋਤੀ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਦੀ ਕੀਮਤ ਲਗਭਗ ਇੱਕ ਮੋਤੀ ਦੀ 1200 ਤੋਂ ਲੈ ਕੇ 1500 ਰੁਪਇਆ ਹੁੰਦੀ ਹੈ। ਜਿਵੇਂ ਆਯੁਰਵੇਦ ਦੇ ਵਿੱਚ ਇੱਕ ਮੋਤੀ ਪਿਸ਼ਟੀ ਦਵਾ ਬਣਦੀ, ਉਹਦੇ ਵਿੱਚ ਉਹ ਮੋਤੀ ਪਾਏ ਜਾਂਦੇ ਹਨ। ਜਿਨ੍ਹਾਂ ਨੇ ਕਦੇ ਲਏ ਹੋਈ ਉਹਨੂੰ ਪਤਾ ਹੋਏਗਾ ਕਿ 2 5 7 ਮੋਤੀ ਪੈਂਦੇ ਨੇ ਉਸ ਦਵਾਈ ਦੇ ਵਿੱਚ, ਅਤੇ ਹਜ਼ਾਰਾਂ ਦੇ ਵਿੱਚ ਉਹਦੀ ਕੀਮਤ ਹੁੰਦੀ ਹੈ। ਭਗਤ ਕਬੀਰ ਸਾਹਿਬ ਜੀ ਦੇ ਰਤਨ ਕਹਿਣ ਦਾ ਮਤਲਬ ਹੈ ਕਿ ਜਿਹੜੀ ਮਨ ਦੇ ਤਲ 'ਤੇ ਸੋਝੀ ਹੈ ਉਹਨੂੰ ਇੰਨਾ ਬਰੀਕ ਕਰ ਲੈਣਾ ਅਤੇ ਇੰਨਾ ਜ਼ਿਆਦਾ ਉਹਨੂੰ ਸੂਖਮ ਕਰ ਲੈਣਾ ਕਿ ਮਨ ਦੇ ਭਟਕਣ ਦਾ ਕੋਈ ਕਾਰਨ ਹੀ ਨਾ ਬਾਕੀ ਬਚੇ। ਅਤੇ ਹੁਣ ਇਹ ਗਿਆਨ ਰਤਨ ਆਵੇਗਾ ਕਿਵੇਂ, ਮਨੁੱਖ ਕੁਦਰਤੀ ਸਮਝੇ, ਪੁੱਛਣਾ ਚਾਹੇਗਾ। ਤਾਂ ਭਗਤ ਕਬੀਰ ਸਾਹਿਬ ਜੀ ਨੇ ਖਿਆਲ ਅਰਜ ਕੀਤਾ ਹੈ, ਖੇਵਟ ਬਿਰਲਾ ਸੰਤ, ਕਿ ਜਿਹੜਾ ਖਿਆਲ ਹੈ ਇਸ ਨੂੰ ਸਮਝਣ ਦੇ ਲਈ ਸੰਤ ਜਨਾਂ ਦੀ ਮਦਦ ਲਈ ਜਾਏਗੀ ਕਿ ਮਨ ਨੂੰ, ਜਿਹੜਾ ਮਨ ਕੁੰਚਰ ਵਰਗਾ ਹੈ, ਉਹਨੂੰ ਗਿਆਨ ਦੇ ਕੁੰਡੇ ਨਾਲ ਕਿਵੇਂ ਸਮਝਿਆ ਜਾਵੇ। ਹੁਣ ਇਹਦਾ ਸਾਧਨਾ ਰੂਪ ਆਪ ਦੇ ਸਨਮੁਖ ਜ਼ਿਕਰ ਰੱਖਦੇ ਹਾਂ। ਕੋਈ ਮਨੁੱਖ ਜਿਹੜਾ ਆਪਣੇ ਵਿਕਾਰਾਂ ਤੋਂ ਪ੍ਰਭਾਵਿਤ ਸੀ, ਆਸਾ ਤ੍ਰਿਸ਼ਨਾ ਵਾਸਨਾ ਕਰਕੇ ਜੀਵਨ ਦੀ ਨਿਵਾਣ 'ਚ ਜਾ ਚੁੱਕਾ ਸੀ, ਉਹ ਕਿਸੇ ਮਹਾਤਮਾ ਪਾਸ ਗਿਆ, ਜਾ ਕੇ ਅਰਜ਼ ਕਰਨ ਲੱਗ ਪਿਆ, ਜੀ ਮੈਂ ਆਪਣੇ ਮਨ ਤੋਂ ਬੜਾ ਦੁਖੀ ਹਾਂ, ਮੈਨੂੰ ਕੋਈ ਢੰਗ ਦੱਸੋ ਜਿਹਦੇ ਨਾਲ ਮੈਂ ਆਪਣੇ ਮਨ ਦੀ ਮੈਲ ਨੂੰ, ਸਾਰੇ ਕੁਝ ਨੂੰ ਦੂਰ ਕਰ ਸਕਾਂ। ਤਾਂ ਉਸ ਮਨੁੱਖ ਨੂੰ ਉਸ ਮਹਾਤਮਾ ਨੇ ਕਿਹਾ, ਕਹਿੰਦਾ ਮੈਂ ਕੁਝ ਦਿਨ ਤੈਨੂੰ ਨਿੱਕੀਆਂ ਨਿੱਕੀਆਂ ਘਟਨਾਵਾਂ ਦੁਆਰਾ ਤੇਰੇ ਪਹਿਲਾਂ ਮਨ ਬਾਰੇ ਸਮਝਾਵਾਂਗਾ, ਜੇ ਤੈਨੂੰ ਸੋਝੀ ਆ ਗਈ ਤਾਂ ਠੀਕ ਹੈ, ਨਹੀਂ ਤਾਂ ਕੋਈ ਹੋਰ ਯਤਨ ਕਰਾਂਗੇ। ਉਹਨੇ ਪਹਿਲੇ ਦਿਨ ਇਸ ਤਰ੍ਹਾਂ ਕਰਨ ਦਿੱਤਾ, ਉਹਨੇ ਮਨੁੱਖ ਨੂੰ ਕਹਿ ਦਿੱਤਾ ਕਿ ਇਹ ਛੇਕਾਂ ਵਾਲਾ ਭਾਂਡਾ ਹੈ, ਇਹਨੂੰ ਭਰ ਕੇ ਲਿਆਉਣਾ, ਨੇੜੇ ਇੱਕ ਨਦੀ ਵਗਦੀ ਹੈ। ਅਤੇ ਉਹਨੇ ਪਹਿਲਾਂ ਸੋਚਿਆ ਕਿ ਇਹ ਭਰ ਨਹੀਂ ਸਕਦਾ, ਪਰ ਉਹਨੇ ਮੰਨਣਾ ਸੀ, ਉਹਨੇ ਅਨੁਭਵ ਗਿਆਨ ਜੋ ਲੈਣਾ ਸੀ। ਉਹ ਚਲਿਆ ਗਿਆ, ਸਾਰਾ ਦਿਨ ਭਰਦਾ ਰਿਹਾ, ਸ਼ਾਮ ਤੱਕ ਉਹ ਭਾਂਡਾ ਨਾ ਭਰਿਆ। ਜਦੋਂ ਭਰੇ ਨਿਕਲ ਜਾਵੇ ਪਾਣੀ ਵਿੱਚ। ਪਹਿਲੇ ਦਿਨ ਵਾਪਸ ਆਇਆ, ਕਹਿਣ ਲੱਗਾ ਜੀ ਇਹ ਭਾਂਡਾ ਨਹੀਂ ਭਰਿਆ। ਮਹਾਤਮਾ ਕਹਿਣ ਲੱਗਾ ਠੀਕ ਹੈ, ਕੋਈ ਗੱਲ ਨਹੀਂ। ਦੂਜੇ ਦਿਨ ਮਹਾਤਮਾ ਨੇ ਕੀ ਕੀਤਾ, ਇੱਕ ਛੋਟੀ ਜਿਹੀ ਅਗਨ ਬਾਲ ਦਿੱਤੀ, ਬਹੁਤ ਸਾਰਾ ਬਾਲਣ ਨਿੱਕੇ ਨਿੱਕੇ ਰੂਪ 'ਚ ਉਹਨੂੰ ਉਪਲਬਧ ਕਰਵਾ ਦਿੱਤਾ। ਕਹਿਣ ਲੱਗਾ ਕਿ ਇਸ ਅੱਗ ਨੂੰ ਬੁਝਾਉਣਾ ਹੈ, ਪਰ ਆਹ ਜਿਹੜਾ ਬੜਾ ਵੱਡਾ ਢੇਰ ਲੱਗਾ ਬਾਲਣ ਦਾ, ਇਹਦੇ ਨਾਲ ਬੁਝਾਉਣਾ ਹੈ, ਇਸ ਕਰਕੇ ਇੱਕ ਇੱਕ ਕਰਕੇ ਪਾਈ ਇਹਦੇ ਵਿੱਚ।
ਉਹ ਸਾਰਾ ਦਿਨ ਪਾਉਂਦਾ ਗਿਆ, ਸ਼ਾਮ ਨੂੰ ਨਿਰਣੇ ਤੇ ਪੁੱਜੇ ਅੱਗ ਨਹੀਂ ਬੁਝੀ। ਤੀਜੇ ਦਿਨ ਮਹਾਤਮਾ ਉਸ ਅਨੁਭਵ ਨੂੰ ਕਹਿਣ ਲੱਗਾ ਕਿ ਆਹ ਕਾਲਾ ਕੰਬਲ ਹੈ, ਆਹ ਕਈ ਮਣ ਸਾਬਣ ਪਿਆ ਹੋਇਆ, ਸਾਰਾ ਦਿਨ ਧੋਈ ਜਾ, ਜਦੋਂ ਚਿੱਟਾ ਨਿਕਲ ਜਾਏ ਉਦੋਂ ਮੇਰੇ ਕੋਲ ਲੈ ਆਈ। ਉਹ ਸਾਰਾ ਦਿਨ ਯਤਨ ਕਰਦਾ ਰਿਹਾ, ਪਰ ਕਾਲਾ ਕੰਬਲ ਉੱਜਲ ਕਿਵੇਂ ਹੋਵੇ। 3 ਦਿਨ ਇਸ ਤਰ੍ਹਾਂ ਬੀਤ ਗਏ। ਚੌਥੇ ਦਿਨ ਮਹਾਤਮਾ ਜਿਹੜਾ ਸੀ ਉਹਨੇ ਉਹਦੇ ਹੱਥ ਦੇ ਵਿੱਚ ਰੇਤ ਪਕੜਾ ਦਿੱਤੀ। ਕਹਿੰਦਾ ਇਹਨੂੰ ਘੁੱਟ ਕੇ ਪਕੜਨਾ ਹੈ, ਅਤੇ ਘੁੱਟ ਕੇ ਪਕੜਨ ਤੋਂ ਬਾਅਦ ਰੱਖਣਾ, ਹੱਥ 'ਚੋਂ ਕਿਰ ਨਹੀਂ ਦੇਣੀ। ਉਹ ਜਦੋਂ ਘੁੱਟ ਕੇ ਪਕੜਨ ਦਾ ਯਤਨ ਕਰੇ, ਰੇਤ ਹੱਥੋਂ ਕਿਰ ਜਾਏ। ਇੰਝ ਉਹਨੇ ਬੜੀਆਂ ਸਾਲ ਬੜੇ ਦਿਨ ਕਰਵਾਏ। ਫਿਰ ਉਹ ਜਿਹੜਾ ਜਗਿਆਸੂ ਸੀ, ਜਿਹੜਾ ਪੁੱਛਣ ਗਿਆ ਸੀ, ਕਹਿਣ ਲੱਗਾ ਜੀ ਇਹਨਾਂ ਦਾ ਅਰਥ ਕੀ ਹੈ, ਇਹ ਤਾਂ ਗੱਲਾਂ ਮੈਨੂੰ ਵੀ ਪਤਾ ਨਹੀਂ। ਉਹ ਕਹਿਣ ਲੱਗਾ ਤੈਨੂੰ ਤੇਰੇ ਮਨ ਦਾ ਸੁਭਾਅ ਸਰਲ ਢੰਗ ਨਾਲ ਦ੍ਰਿੜ ਕਰਵਾ ਰਿਹਾ ਹਾਂ। ਮਨ ਦਾ ਫੁਰਨਾ ਆਉਂਦਾ ਹੈ ਕਾਮ ਦਾ, ਤੈਨੂੰ ਲੱਗਦਾ ਇੱਕ ਦਫਾ ਪੂਰਤੀ ਕਰ ਲਵਾਂਗਾ ਕਾਮ ਦੀ, ਕ੍ਰੋਧ ਦੀ, ਅਹੰਕਾਰ ਦੀ। ਪਰ ਇੱਕ ਗੱਲ ਜਾਣੀ, ਜਦੋਂ ਇੱਕ ਦਫਾ ਪੂਰਤੀ ਕਰਦੇ ਹਾਂ ਉਸ ਦਿਨ ਹੀ ਸਾਡੀ ਮਨ ਦੀ ਪਵਿੱਤਰਤਾ ਦੇ ਵਿੱਚ ਛੇਕ ਹੋ ਜਾਂਦਾ ਹੈ, ਅਤੇ ਫਿਰ ਉਸ ਛੇਕ ਦੇ ਵਿੱਚ ਭਾਵੇਂ ਲੱਖਾਂ ਵਾਰੀ ਤੂੰ ਉਸ ਵਕਾਰ ਦਾ ਰਸ ਪਾ ਦੇ, ਤੇਰਾ ਅੰਦਰ ਅਤ੍ਰਿਪਤ ਹੀ ਰਹਿਣਾ ਹੈ। ਇਸ ਕਰਕੇ ਜਿਸ ਦਿਨ ਪਹਿਲੀ ਦਫਾ ਵਕਾਰਾਂ ਦੇ ਖਿਆਲ ਨੂੰ ਤੂੰ ਕਰਮ ਵਿੱਚ ਬਣਾਉਣਾ ਹੈ, ਉਸ ਦਿਨ ਤੇਰੇ ਮਨ ਦਾ ਪਵਿੱਤਰ ਸਰੂਪ ਜਿਹੜਾ ਹੈ ਛਲਣੀ ਹੋ ਜਾਂਦਾ, ਅਤੇ ਛਾਨਣੀ ਵਰਗਾ ਬਣ ਜਾਂਦਾ। ਇਸ ਕਰਕੇ ਕਹਿੰਦਾ ਛਾਨਣੀ ਬਣੇ ਹੋਏ ਮਨ 'ਤੇ ਕੁਝ ਵੀ ਨਹੀਂ ਠਹਿਰਦਾ, ਨਾ ਭਗਤੀ ਦਾ ਕਰਮ ਠਹਿਰਦਾ ਹੈ, ਨਾ ਬੰਦਗੀ ਦਾ, ਅਤੇ ਜੇ ਵਕਾਰਾਂ ਦੇ ਨੁਕਤੇ ਨੂੰ ਲਾ ਲਈ ਉਹ ਤਾਂ ਠਹਿਰਨਾ ਹੀ ਨਾ ਹੋਇਆ। ਇਸ ਕਰਕੇ ਜਦੋਂ ਵਕਾਰਾਂ ਕਰਕੇ ਮਨ ਸਾਡਾ ਛਾਨਣੀ ਵਰਗਾ ਹੋ ਜਾਂਦਾ ਹੈ। ਇਸ ਕਰਕੇ ਕਹਿੰਦਾ ਪਹਿਲਾਂ ਇਹ ਸਮਝਾਇਆ ਸੀ। ਦੂਜਾ ਅਗਨ ਦਾ ਸਮਝਾਇਆ ਸੀ। ਕਹਿਣ ਲੱਗਾ ਵਕਾਰ ਅੱਗ ਵਰਗੇ ਹੁੰਦੇ ਹਨ, ਅਤੇ ਜੇ ਅੱਗ ਨੂੰ ਅੱਗ ਦੇ ਨਾਲ ਹੀ ਬੁਝਾਉਣ ਦਾ ਮਤਲਬ ਲੱਕੜਾਂ ਦੇ ਨਾਲ ਬੁਝਾਉਣ ਦਾ ਯਤਨ ਕਰਾਂਗੇ, ਨਹੀਂ ਹੋਣਾ। ਅਤੇ ਕਿਸੇ ਤਰਫ ਮਨ ਨੂੰ ਲੱਗਦਾ ਹੈ ਕਿ ਚਲੋ ਉਦਾਹਰਨ ਦੇ ਤੌਰ 'ਤੇ ਤ੍ਰਿਸ਼ਨਾ ਵਾਲਾ ਬੰਦਾ ਬਣਾਉਂਦਾ ਕਿ ਜੀ 1 ਕਰੋੜ ਤੱਕ ਜਾ ਕੇ ਮੇਰੀ ਤ੍ਰਿਸ਼ਨਾ ਸਮਾਪਤ ਹੋ ਜਾਏਗੀ, ਪਰ ਉੱਥੇ ਜਾ ਕੇ ਵੀ ਨਹੀਂ ਹੁੰਦੀ। ਇੱਕ ਇਸਤਰੀ ਸੰਗ ਨਿਭ ਕੇ ਵੀ ਨਹੀਂ ਪੂਰੀ ਹੁੰਦੀ। 10 ਸਾਤ ਵੀ ਨਹੀਂ। ਹੈਦਰਾਬਾਦ ਦੇ ਨਿਜ਼ਾਮ ਦੀਆਂ 400 ਰਾਣੀਆਂ ਸਨ। ਗੱਲ ਕੀ ਹੈ ਕਿ ਸਮਝਿਆ ਸ਼ਾਇਦ ਕਿਤੇ ਜਾ ਕੇ ਪੂਰਾ ਹੋ ਜਾਏਗਾ, ਪਰ ਕਹਿੰਦੇ ਮਨ ਦਾ ਜਿਹੜਾ ਰੂਪ ਹੈ ਜਦੋਂ ਤ੍ਰਿਸ਼ਨਾ ਵਾਂਗ ਅੱਗ ਵਾਂਗ ਬਣ ਜਾਂਦਾ ਹੈ, ਇਹ ਲੱਕੜਾਂ ਦੇ ਪਾਉਣ ਨਾਲ ਹੀ ਬੁਝਦਾ। ਕਹਿੰਦਾ ਤੀਜਾ ਯਤਨ ਇਹ ਸੀ, ਜਦੋਂ ਤੈਨੂੰ ਮੈਂ ਕਾਲੇ ਕੰਬਲ ਦੀ ਉੱਜਲ ਕਿਹਾ ਸੀ ਕਿ ਕਾਲਾ ਕੰਬਲ ਉੱਜਲ ਕਰਨਾ ਹੈ, ਇਹ ਕਿਵੇਂ ਹੋਏਗਾ। ਕਹਿੰਦਾ ਇਹ ਧੋਣ ਦੇ ਨਾਲ ਉੱਜਲ ਨਹੀਂ ਹੋਣ ਵਾਲਾ, ਇਹਦਾ ਪੂਰਾ ਦਾ ਪੂਰਾ ਰੰਗ ਹੀ ਬਦਲਣਾ ਪਏਗਾ। ਇਹਨੂੰ ਕਿਸੇ ਸਫੇਦ ਰੰਗ ਦੇ ਵਿੱਚ, ਜਿਹੜਾ ਵੱਡਾ ਕੋਈ ਮੱਟ ਹੋਵੇਗਾ ਉਸ ਰੰਗ ਦਾ, ਉਹਦੇ ਵਿੱਚ ਹੀ ਸੁੱਟਣਾ ਪਏਗਾ। ਇਸ ਕਰਕੇ ਕਹਿੰਦਾ ਰੇਤ ਦਾ ਕਾਰਨ ਕੀ ਸੀ ਕਿ ਮਨ ਦੇ ਫੁਰਨੇ ਹਨ, ਜਦੋਂ ਇਹਨਾਂ ਨੂੰ ਪੱਕਣ ਲੱਗੀ ਇਹ ਕਿਰਨ ਲੱਗ ਪੈਂਦੇ ਹਨ, ਮਤਲਬ ਠਹਿਰਦੇ ਨਹੀਂ ਹਨ ਅੰਦਰ। ਇਸ ਕਰਕੇ ਜਦੋਂ ਤੂੰ ਰੇਤ ਨੂੰ ਮਨ ਦੇ ਫੁਰਨਿਆਂ ਨੂੰ ਪਕੜ ਲੱਗੇਗਾ, ਦੇਖੇਗਾ ਇਹ ਫੁਰਨੇ ਤੇਰੇ ਗਾੜੀ ਠਹਿਰਨਗੇ ਵੀ ਨਹੀਂ। ਬਸ ਗੱਲ ਕੀ ਹੈ ਕਿ ਪਕੜਨੇ ਨਹੀਂ ਆਉਂਦੇ। ਜਦੋਂ ਉਹਨੇ ਇਸ ਤਰ੍ਹਾਂ ਸਮਝਾ ਦਿੱਤਾ, ਉਹ ਜਗਿਆਸੂ ਬੜਾ ਪ੍ਰਸੰਨ ਹੋਇਆ। ਇਸ ਕਰਕੇ ਤਾਂ ਇਹ ਅਰਜ਼ ਕੀਤਾ ਹੈ ਕਿ ਥੋੜ੍ਹਾ ਸਰਲ ਸਮਝ ਆ ਜਾਏ, ਕਿਉਂਕਿ ਪਹਿਲਾਂ ਥੋੜ੍ਹਾ ਜਿਹਾ ਆਪਣੇ ਆਪ ਦੇ ਵਿੱਚ ਇਸ ਕਿਸਮ ਦਾ ਸੀ। ਹੁਣ ਗਿਆਨ ਰਤਨ ਭਗਤ ਕਬੀਰ ਸਾਹਿਬ ਜੀ ਨੇ ਕਿਹਾ। ਹੁਣ ਉਦਾਹਰਨ ਦੇ ਤੌਰ 'ਤੇ ਗਿਆਨ ਰਤਨ ਦਾ ਅਰਥ ਹੈ ਕਿ ਮਨ ਦੇ 4 ਪੱਧਰ ਇੱਕੋ ਸਮੇਂ ਕੰਮ ਕਰਦੇ ਹਨ। 4 ਪੱਧਰ ਕਿਹੜੇ ਹਨ? ਅਸੀਂ ਕਿਸੇ ਚੀਜ਼ ਨੂੰ ਦੇਖਦੇ ਹਾਂ, ਸਾਨੂੰ ਉਹਦੀ ਸੋਚ ਫੁਰਦੀ ਹੈ, ਉਹਦੇ ਚੰਗਾ ਮੰਦਾ ਹੋਣ ਦੀ। ਜਾਂ ਜਦੋਂ ਕਿਸੇ ਕਾਰਜ ਬਾਰੇ ਕਰਨ ਲੱਗਦੇ ਹਾਂ, ਮਨ ਅੰਦਰ 2 ਤਰ੍ਹਾਂ ਦੇ ਖਿਆਲ ਉਪਜਦੇ ਹਨ। ਜਿਵੇਂ ਸਤਸੰਗਤ ਜਾਣਾ, ਮਨ ਕਰਕੇ 2 ਕੰਮ ਹੈ ਸਾਨੂੰ ਕਿ ਸਤਸੰਗਤ 'ਚ ਆਉਣਾ ਹੈ। ਇੱਕੋ ਸਮੇਂ ਮਨ ਨੇ 2 ਕਾਰਜ ਇਕੱਠੇ ਕਰ ਦਿੱਤੇ। ਇੱਕ ਕਹਿ ਦਿੱਤਾ ਥੋੜ੍ਹਾ ਮਿੰਟ ਲੇਟ ਚੱਲਦੇ ਹਾਂ ਜਾਂ ਨਹੀਂ ਜਾਂਦੇ। ਇੱਕ ਤਰਫ ਮਨ ਨੇ ਦੂਜਾ ਖਿਆਲ ਕਰ ਦਿੱਤਾ ਕਿ ਨਹੀਂ, ਜਲਦੀ ਜਾਣਾ ਚਾਹੀਦਾ ਔਰ ਜ਼ਰੂਰ ਜਾਣਾ ਚਾਹੀਦਾ। ਹੁਣ ਜਿਹੜਾ ਪਹਿਲਾ ਖਿਆਲ ਹੈ ਜਲਦੀ ਜਾਣਾ ਚਾਹੀਦਾ, ਜ਼ਰੂਰ ਜਾਣਾ ਚਾਹੀਦਾ, ਇਹਨੂੰ ਮੰਨਿਆ ਜਾਂਦਾ ਜੇ ਇਹ ਖਿਆਲ ਸਾਨੂੰ ਆ ਰਿਹਾ ਅਤੇ ਇਹ ਖਿਆਲ ਸਾਨੂੰ ਜ਼ਿਆਦਾ ਸਾਡੇ ਅੰਦਰ ਅਸਰ ਪਾਉਂਦਾ ਹੈ, ਸਮਝ ਲੈਣਾ ਸਾਡੇ ਮਨ ਦਾ ਆਚਰਣ ਧਰਮ ਦੇ ਨੁਕਤੇ ਤੋਂ ਥੋੜ੍ਹਾ ਬਹੁਤਾ ਸ਼ੁੱਧ ਹੈ। ਜੇ ਸਾਨੂੰ ਦੂਜਾ ਪੱਖ ਪ੍ਰਭਾਵਿਤ ਕਰਦਾ ਕਿ ਨਹੀਂ, ਰੁਕ ਜਾਣਾ ਚਾਹੀਦਾ ਜਾਂ ਲੇਟ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ, ਇਹ ਜਦੋਂ ਅਸਰ ਖਿਆਲ ਸਾਨੂੰ ਜ਼ਿਆਦਾ ਪ੍ਰਭਾਵਿਤ ਕਰੇ ਅਤੇ ਅਸੀਂ ਇਹਦੇ ਅਨੁਸਾਰ ਹੋ ਜਾਈਏ, ਸਮਝ ਲੈਣਾ ਮਨ ਦਾ ਆਚਰਣ ਜਿਹੜਾ ਹੈ ਅਜੇ ਠੀਕ ਨਹੀਂ ਹੈ, ਅਜੇ ਮਨ ਸ਼ੁੱਧਤਾ ਦੀ ਤਰਫ ਨਹੀਂ ਪਰਤਿਆ। ਪਹਿਲਾ ਪੱਧਰ। ਦੂਜਾ ਪੱਧਰ ਹੈ ਮਨ ਦਾ ਕਿ ਮਨ ਜਦੋਂ ਭਗਤੀ ਕਰਮ 'ਚ ਲੱਗਦਾ ਹੈ, ਕੀ ਇਹਦੀ ਜਿਵੇਂ 40 ਮਿੰਟ ਸਾਧਨਾ ਕੀਤੀ
ਕੋਈ 1 ਮਿੰਟ ਪੂਰਾ ਹੈ ਜਦੋਂ ਇਹਦੀ ਇਕਾਗਰਤਾ ਬਣ ਗਈ ਭਗਤੀ ਕਰਮ ਦੇ ਨਾਲ, ਅਧਿਆਤਮਕ ਕਰਮ ਦੇ ਨਾਲ। ਜੇ 1 ਮਿੰਟ ਵੀ ਪੂਰੀ ਇਕਾਗਰਤਾ ਬਣਦੀ ਹੈ ਤੇ ਸਮਝ ਲੈਣਾ ਕਿ ਮਨ ਦੇ ਸੰਸਕਾਰ ਬਦਲ ਸਕਦੇ ਹਨ। ਬਸ ਇਸ ਯਤਨ ਨੂੰ ਨਿਰੰਤਰਤਾ ਦੇ ਵਿੱਚ ਰੱਖਣਾ ਪਏਗਾ। ਇਸ ਕਰਕੇ ਦੂਜਾ ਪੱਧਰ ਇਹ ਹੈ। ਤੀਜਾ ਪੱਧਰ ਮਨ ਦਾ ਹੈ ਕਿ ਮਨ ਹੌਲੀ ਹੌਲੀ ਸ਼ਬਦ ਦੇ ਗਿਆਨ ਦੇ ਨਾਲ ਭਰਪੂਰ ਹੋਣਾ ਸ਼ੁਰੂ ਕਰ ਦੇ। ਅਤੇ ਇਹਦੇ 2 ਹੀ ਕਾਰਨ ਨੇ, ਇੱਕ ਕੀਰਤਨ ਹੈ ਅਤੇ ਇੱਕ ਕਥਾ ਹੈ ਜਾਂ ਸੈਲਫ ਦੀ ਵਿਚਾਰ। 3 ਚੀਜ਼ਾਂ ਹੀ ਬਣਦੀਆਂ ਨੇ ਕਿ ਮਨ ਹੌਲੀ ਹੌਲੀ, ਜਿਵੇਂ ਉਦਾਹਰਨ ਦੇ ਤੌਰ 'ਤੇ ਕੂਕਰ ਨੂੰ ਦੇਖਿਆ ਹੈ, ਦੇਖੋ ਕੂਕਰ ਨੂੰ ਪਰ ਹਾਲਤ ਆਪਣੀ ਸਮਝੋ। ਗੁਰਬਾਣੀ ਵਿੱਚ ਵਾਕ ਆਉਂਦਾ, ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕਿਓ ਸਭ ਹੈ ਬਗਾਰੇ। ਕਿਸੇ ਨੇ ਇਸ ਕਰਕੇ ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਤੀਜਾ ਪੱਧਰ ਹੈ ਕਿ ਮਨ ਨੂੰ ਸ਼ਬਦ ਦੇ ਗਿਆਨ ਨਾਲ, ਅਤੇ ਸ਼ਬਦ ਦਾ ਗਿਆਨ ਮਨ 'ਚ ਨਹੀਂ ਪਏਗਾ, ਉਹ ਬੁੱਧੀ 'ਚ ਪਏਗਾ। ਮਤਲਬ ਬਾਣੀ ਦਾ ਪੜ੍ਹਨਾ, ਬਾਣੀ ਦਾ ਸੁਣਨਾ, ਬਾਣੀ ਦੇ ਗਿਆਨ ਦੁਆਰਾ ਉਹਦੇ ਵਿੱਚ ਉਤਰਨਾ, ਇਹ ਮਨ ਦੀ ਜਿਹੜਾ ਹੈ ਆਪਣੇ ਚਿੱਤ ਨੂੰ ਅਧਿਕ ਪ੍ਰਭਾਵਸ਼ਾਲੀ ਬਣਾਉਣਾ ਤਾਂ ਕਿ ਮਨ ਕੰਟਰੋਲਡ ਹੋ ਸਕੇ। ਤੀਜਾ ਪੱਧਰ ਹੈ। ਚੌਥਾ ਪੱਧਰ ਹੈ ਕਿ ਮਨ ਨੂੰ ਇੱਕ ਸਥਿਰ ਅਵਸਥਾ ਦੇ ਵਿੱਚ ਲਿਆਉਣਾ, ਉਸਤਤ ਨਿੰਦਾ ਤੋਂ ਹਟਾ ਕੇ। ਮਤਲਬ ਜਿਹੜੇ ਵੀ 2 ਭਾਵ ਉਪਜਦੇ ਹਨ, ਇਹਨੂੰ ਇਹਦੇ ਇਕੱਲੇਪਣ ਵਿੱਚ ਪਾ ਕੇ ਅਤੇ ਇਹਦੇ ਆਪ ਦੀ ਪਛਾਣ ਕਰਨੀ, ਇਹ ਚੌਥਾ ਪੱਧਰ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ 4 ਪੱਧਰਾਂ 'ਤੇ ਕੰਮ ਕਰਦੇ ਹਨ, ਫਿਰ ਉਹਨਾਂ ਨੂੰ ਗਿਆਨ ਰਤਨ ਦੀ ਪਛਾਣ ਆਉਂਦੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਖੇਵਟ ਬਿਰਲਾ ਸੰਤ, ਅਤੇ ਕੋਈ ਵਿਰਲਾ ਸੰਤ ਇਸ ਗੱਲ ਨੂੰ ਬੁੱਝਣ ਦੇ ਵਿੱਚ ਮਦਦ ਕਰਦਾ। ਇਸ ਕਰਕੇ ਬਾਣੀ 'ਚ ਵਾਕ ਆਉਂਦੇ ਨੇ, ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ, ਜੈ ਖਿੰਚੈ ਤੈ ਜਾਏ। ਕਿ ਉਹਨਾਂ ਚਿਰ ਹਾਥੀ ਵੱਸ ਵਿੱਚ ਨਹੀਂ ਆਉਂਦਾ ਜਿੰਨਾ ਚਿਰ ਕੁੰਡਾ ਨਾ ਲਗਾਇਆ ਜਾਵੇ। ਜਿੰਨਾ ਚਿਰ ਸਿੱਖ ਦੀ ਕੋਲ, ਹੁਣ ਉਦਾਹਰਨ ਦੇ ਤੌਰ 'ਤੇ ਕੁੰਡਾ ਜਿਹੜਾ ਹੈ ਉਹ ਪੱਕਾ ਲਗਾਉਣਾ ਪੈਂਦਾ, 1 ਦਿਨ ਨਹੀਂ, ਕਿਸੇ ਲਗਾਤਾਰ ਲਗਾਉਣਾ ਪੈਂਦਾ। ਮੈਂ ਇਸ ਅਨੁਭਵ ਨੂੰ ਥੋੜ੍ਹਾ ਪਿਛਲੇ ਸਮਿਆਂ 'ਚ ਵਾਚਿਆ। ਕੋਈ ਹਾਥੀ ਕਿਤੋਂ ਗੁਜ਼ਰ ਰਿਹਾ ਸੀ, ਮੁਹਾਵਤ ਨੂੰ ਰੋਕ ਕੇ ਪੁੱਛਿਆ, ਜੀ ਇਹਨੂੰ ਕੁੰਡਾ ਲਗਾਇਆ ਹੋਇਆ ਤੁਸੀਂ? ਕਹਿਣ ਲੱਗੇ ਹੁਣ ਨਹੀਂ ਲਗਾਇਆ, ਪਹਿਲੇ ਸਾਲਾਂ ਵਿੱਚ ਲਗਾ ਕੇ ਰੱਖਿਆ ਸੀ। ਹੁਣ ਕਹਿੰਦੇ ਉੱਥੇ ਗਹਿਰਾ ਜ਼ਖਮ ਹੋ ਗਿਆ, ਵੈਸੇ ਮਾੜਾ ਜਿਹਾ ਹੱਥ ਲਗਾ ਦਈਏ ਉਹ ਦਰਦ ਨਾਲ ਚੱਲਣ ਲੱਗ ਪੈਂਦਾ। ਇਹਦਾ ਮਤਲਬ ਹੈ ਕਿ ਗਿਆਨ ਦੀ ਵਿਚਾਰ ਇੰਨੀ ਤੀਖਣ ਆਪਣੇ ਅੰਦਰ ਧਾਰਨ ਕਰਨੀ ਪੈਂਦੀ ਹੈ ਕਿ ਸਾਡੇ ਜੀਵਨ ਦੇ ਉਸ ਹਿੱਸੇ ਦੇ ਵਿੱਚ ਇੱਕ ਗਹਿਰਾ ਨਿਸ਼ਾਨ ਉਤਰ ਜਾਵੇ। ਜਿਵੇਂ ਮਨੁੱਖ ਦੇ ਸਰੀਰ ਦੇ ਉੱਪਰ ਕੋਈ ਚੋਟ ਲੱਗ ਜਾਏ ਨਾ, ਅਤੇ ਉਹਨੂੰ ਚੰਗਾ ਸੰਗੀਤ ਵੀ ਸੁਣਾ ਰਹੀ ਹੋਈਏ, ਬੜੇ ਪਦਾਰਥ ਵੀ ਉਹਦੇ ਸਾਹਮਣੇ ਰੱਖ ਦਈਏ, ਅਤੇ ਹੋਰ ਵੀ ਬੜੇ ਕੋਈ ਕੌਤਕ ਤਮਾਸ਼ੇ ਉਹਦੇ ਆਲੇ ਦੁਆਲੇ ਬਣਾ ਦਈਏ, ਉਹਨੂੰ ਵਿਚਾਰੇ ਨੂੰ ਆਪਣੇ ਜ਼ਖਮ ਦੀ ਪੀੜ ਸਤਾਉਂਦੀ ਰਹਿੰਦੀ। ਇੰਝ ਹੀ ਗਿਆਨ ਰਤਨ ਦੀ ਜਦੋਂ ਸੋਝੀ ਆ ਜਾਂਦੀ ਹੈ, ਮਨ ਭਾਵੇਂ ਹਜ਼ਾਰਾਂ ਫੁਰਨੇ ਦਵੇ, ਪਰ ਜਿਹੜੀ ਨਿਰਮਲ ਹੋਇਆ ਚਿੱਤ ਹੈ ਜਾਂ ਬੁੱਧੀ ਹੈ, ਉਹ ਮਨ ਦੇ ਇਸ ਗੱਲ ਨੂੰ ਇਜਾਜ਼ਤ ਨਹੀਂ ਦੇਣ ਦਿੰਦੀ ਅਤੇ ਮਨ ਦਾ ਆਚਰਣ ਬਣਿਆ ਰਹਿੰਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਖੇਵਟ ਬਿਰਲਾ ਸੰਤ, ਕੋਈ ਬਿਰਲਾ ਇਸ ਗੱਲ ਨੂੰ ਸਮਝਣ ਦੇ ਵਿੱਚ ਮਦਦ ਕਰਦਾ ਅਤੇ ਇਹਦੇ ਅਭਿਆਸ ਕਰਨਾ ਪੈਂਦਾ। ਇਸ ਕਰਕੇ ਹੁਣ ਜਿਹੜੇ ਮਨੁੱਖਾਂ ਨੂੰ ਜ਼ਿੰਦਗੀ 'ਚ ਉਦਾਹਰਨ ਦੇ ਤੌਰ 'ਤੇ ਮਨ ਦੀ ਸਾਇਲੈਂਸ ਦਾ, ਜਿਨ੍ਹਾਂ ਨੂੰ ਅਭਿਆਸ ਨਹੀਂ ਕਰਨਾ ਹੁੰਦਾ, ਭਾਵ ਕਿ ਸਾਇਲੈਂਸ ਦਾ 1-2 ਲੱਛਣ ਆਪਦੇ ਸਨਮੁਖ ਰੱਖਦਿਆਂ ਜਿਨ੍ਹਾਂ ਨਾਲ ਵਾਪਰਦੀ ਉਹ ਜਾਣ ਲੈਣਗੇ। ਜੇ ਮਨੁੱਖ ਨੂੰ ਦਿਨ ਦੇ ਵਿੱਚ ਕੋਈ 10-12 ਮਿੰਟ ਆਪਣੀ ਸਾਰੇ ਤਰ੍ਹਾਂ ਦੀ ਪ੍ਰਤੀਤ ਭੁੱਲ ਜਾਂਦੀ, ਆਪਣਾ ਨਾਮ ਤੱਕ ਭੁੱਲ ਜਾਂਦਾ ਹੈ, ਜੋ ਉਹ ਕਿਸ ਕਿੱਤੇ ਵਿੱਚ ਵਿਚਰ ਰਿਹਾ ਉਹ ਭੁੱਲ ਜਾਂਦਾ, ਜਿਸ ਜਗ੍ਹਾ ਰਹਿ ਰਿਹਾ ਉਹ ਭੁੱਲ ਜਾਂਦਾ ਹੈ, ਸਭ ਤਰ੍ਹਾਂ ਦੇ ਵਿਚਾਰ ਉਹਦੇ ਅੰਦਰ ਮਨਫੀ ਹੋ ਜਾਂਦੇ ਨੇ, ਉਹਦੇ ਕੋਲ ਬੋਲਣ ਦੇ ਲਈ ਕੁਝ ਨਹੀਂ ਹੁੰਦਾ, ਸੋਚਣ ਲਈ ਵੀ ਕੁਝ ਨਹੀਂ ਹੁੰਦਾ ਉਹਦੇ ਕੋਲੋਂ, ਇੱਥੋਂ ਤੱਕ ਕਿ ਦੇਖ ਕੇ ਚਿਤਵਣ ਦੇ ਲਈ ਵੀ ਕੁਝ ਨਹੀਂ ਹੁੰਦਾ। ਜੇ ਕਿਸੇ ਕੋਲ ਇਸ ਤਰ੍ਹਾਂ ਦੀ ਅਵਸਥਾ ਕਿਸੇ ਇੱਕ ਦਿਨ ਦੇ ਵਿੱਚ ਕੁਝ ਸਮੇਂ ਲਈ ਬਣਦੀ ਹੈ ਤਾਂ ਸਮਝ ਲੈਣਾ ਕਿ ਅਸੀਂ ਮਨ ਦੀ ਸਾਇਲੈਂਸ ਵਿੱਚ ਉਤਰਨ ਲੱਗ ਪਏ ਹਾਂ। ਅਤੇ ਜਦੋਂ ਇਹ ਸਾਇਲੈਂਸ ਲੰਬੀ ਹੋ ਗਈ, ਉਦਣ ਸਾਡੇ ਅੰਦਰ ਦੀ ਇਕਾਗਰਤਾ ਤੇ ਸਹਿਜ ਬਣੇਗਾ। ਪਰ ਵੱਡੀ ਗੱਲ ਇਹ ਹੁੰਦਾ ਨਹੀਂ ਬਹੁਤਿਆਂ ਦਾ ਕਿਸੇ ਦਾ ਵੀ ਨਹੀਂ ਹੁੰਦਾ ਛੇਤੀ ਕਿਤੇ। ਕਾਰਨ ਕੀ ਹੈ ਕਿ ਅਸੀਂ ਹਰ ਵਕਤ ਆਪਣੇ ਆਪ ਨੂੰ ਇੱਕ ਸਮੂਹ ਵਿੱਚ ਰੱਖਦੇ ਹਾਂ। ਬੰਦਾ ਬਾਜ਼ਾਰ ਵੀ ਜਾਵੇ ਨਾ 2 ਦੇ ਨਾਲ ਜਾਂਦਾ ਹੈ। ਉਹਦਾ ਕਾਰਨ ਕੀ ਹੈ ਕਿ ਇਹ ਬਾਡੀ ਦੇ ਸ਼ੈੱਲ ਨੂੰ ਮਨ ਦੀ ਸੋਲੀਟਿਊਡ ਦੇ ਨੁਕਤੇ ਤੋਂ ਇਕੱਲਾ ਨਹੀਂ ਕਰ ਰਿਹਾ, ਇਸ ਕਰਕੇ 2 ਵਿੱਚ ਪਾ ਰਿਹਾ। ਜਦੋਂ ਜਦੋਂ ਬੰਦਾ 2 ਵਿੱਚ ਪਾਉਂਦਾ ਹੈ, ਉਦੋਂ ਮਨੁੱਖ ਦਾ ਮਨ ਪ੍ਰਭਾਵੀ ਹੁੰਦਾ ਜਾਂਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਖੇਵਟ ਬਿਰਲਾ ਸੰਤ, ਕਿਸੇ ਵਿਰਲੇ ਸੰਤ ਦੀ, ਕਿਉਂਕਿ ਉਹ ਰਮਜ ਦੀ ਗਹਿਰੀ ਬਰੀਕ ਸਮਝ ਦੇ ਦਿੰਦਾ ਕਿ ਗਿਆਨ ਅਸਲ ਦੇ ਵਿੱਚ ਕਿਵੇਂ ਹੈ। ਇਸ ਕਰਕੇ ਮਨ ਦੇ ਬਾਬਾ ਬੁੱਲੇ ਸ਼ਾਹ ਦੀ ਨਾ ਇੱਕ ਕਾਫੀ ਹੈ,
ਉਹ ਕੋਈ ਬੰਦਾ ਬਾਹਰ ਚਿੜੀਆਂ ਫੜ ਰਿਹਾ ਸੀ ਜਾਂ ਤੋਤੇ ਆਦਿਕ ਫੜ ਰਿਹਾ ਸੀ। ਉਹਨਾਂ ਨੇ ਉਹਨੂੰ ਪ੍ਰੇਰਨਾ ਕੀਤੀ, ਕਹਿੰਦਾ ਇਹ ਮਤਲਬ ਉਹ ਫੜ ਰਿਹਾ ਸੀ, ਉਹਨਾਂ ਨੇ ਵੇਖਿਆ ਤੇ ਗੱਲ ਆਪਣੇ ਆਪ ਨਾਲ ਕੀਤੀ। ਤੇ ਗੱਲ ਆਪਣੇ ਆਪ ਨਾਲ ਕੀ ਕੀਤੀ, ਕਹਿੰਦੇ ਦੇਖ ਸਾਡੇ ਨੂੰ ਤਾਂ ਇਹ ਪੰਛੀ ਫੜਨ ਵਾਲਾ ਚੰਗਾ ਹੈ, ਇਹਨੂੰ ਪਤਾ ਹੈ ਕਿ ਪੰਛੀ ਨੇ ਕਿਹੜੀ ਸ਼ਾਖ 'ਤੇ ਵੱਧ ਸਮਾਂ ਬਹਿਣਾ ਅਤੇ ਮੈਂ ਉਹਨੂੰ ਕਿਵੇਂ ਪਕੜਨਾ ਹੈ। ਅਤੇ ਕਹਿੰਦੇ ਪਰ ਮਨੁੱਖ ਨੂੰ ਆਪਣੇ ਮਨ ਦੇ ਫੁਰਨਿਆਂ ਦਾ ਪਤਾ ਹੀ ਨਹੀਂ ਕਿ ਕਦੋਂ ਫੁਰਨੇ ਨਿਕਲਦੇ ਹਨ, ਉਹਨੂੰ ਕਿਵੇਂ ਪਕੜ ਕੇ ਫਿਰ ਪਿੰਜਰੇ 'ਚ ਪਾਉਣਾ। ਕਹਿੰਦੇ ਇਸ ਗੱਲ ਦਾ ਪਤਾ ਹੀ ਨਹੀਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਅੰਕਸ ਗਿਆਨ ਰਤਨ ਹੈ। ਹੁਣ ਅੰਕਸ ਗਿਆਨ ਰਤਨ ਦੇ ਕੁਝ ਪੱਖ ਆਪਦੇ ਸਨਮੁਖ ਰੱਖਦਿਆਂ ਕਿ ਸਾਨੂੰ ਜੀਵਨ 'ਚ ਧਾਰਨ ਕਰਨੇ ਪੈ ਜਾਣ। ਹੁਣ ਉਦਾਹਰਨ ਦੇ ਤੌਰ 'ਤੇ 15-20 ਸਾਲ ਹਰੇਕ ਬੰਦਾ ਸਕੂਲ 'ਚ ਪੜ੍ਹਿਆ, ਨਰਸਰੀ ਤੋਂ ਲੈ ਕੇ 12ਵੀਂ 15ਵੀਂ ਤੱਕ। ਪਰ ਇਸ ਦੌਰਾਨ ਬੱਚਾ ਬਚਪਨ ਤੋਂ ਲੈ ਕੇ ਜੋਬਨ ਅਵਸਥਾ ਦੇ ਵਿੱਚ ਆ ਜਾਂਦਾ ਹੈ, ਪਰ ਟੀਚਰ ਨੂੰ ਕਿਤੇ ਵੀ ਨਹੀਂ ਪਤਾ ਕਿ ਇਹਦੇ ਮਨ ਅੰਦਰ ਕੀ ਚੱਲ ਰਿਹਾ। ਸਾਨੂੰ ਆਪਣੀ ਵਿੱਦਿਅਕ ਸਾਧਨਾ ਦੌਰਾਨ ਮਨ ਦਾ ਗਿਆਨ ਨਹੀਂ ਮਿਲਿਆ। ਯੂਨੀਵਰਸਿਟੀ ਚਲੇ ਗਏ, ਬੜੇ ਆਲਾ ਵਿਦਵਾਨਾਂ ਕੋਲ ਪੜ੍ਹਿਆ, ਬਾਕੀ ਵਿਸ਼ਿਆਂ ਦੀ ਬਾਹਰੀ ਜਾਣਕਾਰੀ ਹੋ ਗਈ, ਪਰ ਸਾਡੇ ਜੀਵਨ ਨੂੰ ਜਿਸ ਚੀਜ਼ ਨੇ ਜ਼ਿਆਦਾ ਪ੍ਰਭਾਵਿਤ ਕਰਨਾ ਇਹਦਾ ਗਿਆਨ ਕਿਤੇ ਨਹੀਂ ਮਿਲਿਆ। ਅਤੇ ਫਿਰ ਮਨੁੱਖ ਕੋਲੋਂ ਇਸ ਕਰਕੇ ਵਾਚਣਾ ਚਾਹੀਦਾ ਕਿ ਜਿੱਥੋਂ ਬੰਦੇ ਨੇ ਬੰਦਾ ਬਣਨਾ ਹੈ, ਇਹ ਗਿਆਨ ਤਾਂ ਨਾ ਸਕੂਲ 'ਚ ਮੌਜੂਦ ਹੈ, ਨਾ ਯੂਨੀਵਰਸਿਟੀ 'ਚ ਮੌਜੂਦ ਹੈ, ਨਾ ਜਿਹੜੀਆਂ ਸਾਡੀ ਦੁਨਿਆਵੀ ਕਿਸਮ ਦੀਆਂ ਮਜਲਸਾਂ ਨੇ ਉਹਨਾਂ ਵਿੱਚ ਮੌਜੂਦ ਹੈ। ਫਿਰ ਬੰਦੇ ਨੂੰ ਬੰਦੇ ਬਣਾਉਣ ਦਾ ਗਿਆਨ ਪਿਆ ਕਿੱਥੇ ਹੋਇਆ ਹੈ? ਉਹ ਭਗਤ ਕਬੀਰ ਸਾਹਿਬ ਜੀ ਨੇ ਕਿਹਾ, ਖੇਵਟ ਬਿਰਲਾ ਸੰਤ, ਜਿਨ੍ਹਾਂ ਨੇ ਜੀਵਨ ਦੇ ਅਰਥ ਨੂੰ ਸਮਝਿਆ ਅਤੇ ਜੀਵਨ ਦੇ ਅਰਥ ਦੀ ਸਾਧਨਾ ਕੀਤੀ ਹੈ, ਉਹਨਾਂ ਦੇ ਕੋਲ ਪਿਆ ਹੋਇਆ। ਅਤੇ ਇਹ ਬੰਦੇ ਸੰਗਤ ਵਿੱਚ ਵੀ ਮੌਜੂਦ, ਸੰਤ ਰੂਪ ਦੇ ਵਿੱਚ ਕਿਸੇ ਖਾਸ ਜਗ੍ਹਾ ਉੱਪਰ ਹੀ ਮੌਜੂਦ ਹੁੰਦੇ ਹਨ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਦਾ ਇਹ ਕਹਿਣਾ ਬੜਾ ਉਚਿਤ ਹੈ, ਬੜਾ ਬਰੀਕ ਹੈ ਕਿ ਖੇਵਟ ਬਿਰਲਾ ਸੰਤ। ਹੁਣ ਉਦਾਹਰਨ ਦੇ ਤੌਰ 'ਤੇ ਇਹ ਤਾਂ ਚਲੋ ਹੁਣ ਕਿਤੇ ਬੈਠਿਆ ਜਾਵੇ ਤਾਂ ਫਿਰ ਹੀ ਬੰਦੇ ਨੂੰ ਦੱਸਿਆ ਜਾਵੇ ਕਿ ਆਪਣੇ ਅੰਦਰ ਦੇ ਫੁਰਨੇ ਕਿਵੇਂ ਪਕੜੀਦੇ ਹਨ, ਜਾਂ ਆਪਣੇ ਜੀਵਨ ਨੂੰ ਵਕਾਰਾਂ ਦੀ ਪਾਕ ਕਿਵੇਂ ਉਤਾਰੀ ਦੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੰਤ ਦਾ ਭਾਵ ਹੈ ਕਿ ਜੀ ਦੇ ਮਨ ਦਾ ਆਚਰਣ ਭਗਤੀ ਦੇ ਵਿੱਚ ਢਲ ਕੇ ਪੂਰਾ ਸ਼ੁੱਧ ਅਤੇ ਪਵਿੱਤਰ ਹੋ ਚੁੱਕਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਖੇਵਟ ਬਿਰਲਾ ਸੰਤ ਅੰਕਸ ਗਿਆਨ ਰਤਨ। ਗਿਆਨ ਰਤਨ ਨੂੰ ਧਾਰਨ ਕਰਨ ਦੇ ਸਰਲ ਜਿਹੇ ਟਾਂਗੇ ਹਨ ਕਿ ਜਿਹੜੇ ਮਨੁੱਖ ਦੀ ਕਥਾ ਵਿਚਾਰ ਦੇ ਨਾਲ ਪੂਰੀ ਇਕਸੁਰਤਾ ਨਹੀਂ ਬਣਦੀ। ਮਤਲਬ ਜਿਹਨੂੰ ਕਈ ਵਾਰੀ ਕਥਾ ਉਕਾਊ ਲੱਗਦੀ ਹੈ ਜਾਂ ਲੱਗਦਾ ਹੈ ਕਿ ਨਹੀਂ ਮੇਰੇ ਕੋਲ ਨਹੀਂ ਸੁਣੀ ਜਾਣੀ, ਉਹਨੂੰ ਸਮਝ ਲੈਣਾ ਕਿ ਉਹਦੇ ਮਨ ਦੀ ਜਿਹੜੀ ਸਾਇਲੈਂਸ ਹੈ ਉਹਨੂੰ ਬਣਦਿਆਂ ਅਜੇ ਕਈ ਸਾਲ ਲੱਗਣਗੇ। ਮਤਲਬ ਜਿਹੜਾ ਕਿਸੇ ਵਿਚਾਰ ਦੇ ਨਾਲ ਆਪਣੀ ਇਕਸੁਰਤਾ ਹੀ ਨਹੀਂ ਬਣਾ ਸਕਦਾ ਆਪਣੇ ਮਨ ਦੇ ਉੱਪਰ ਜ਼ੋਰ ਪਾ ਕੇ। ਇਸ ਕਰਕੇ ਜੇ ਕਈ ਮਿਲਦੇ ਹਨ ਉਹ ਜ਼ਿਕਰ ਕਰਨਗੇ ਕੀਰਤਨ 'ਚ ਬੜਾ ਰਸ ਆਉਂਦਾ ਹੈ, ਪਰ ਨਾਲ ਹੀ ਉਹਦੀ ਸਮਝ ਆਉਂਦੀ ਹੈ ਕਿ ਇਹ ਵਿਚਾਰੇ ਦੀ ਕਮਜ਼ੋਰੀ ਹੈ। ਹੁਣ ਉਦਾਹਰਨ ਦੇ ਤੌਰ 'ਤੇ ਪੈਲੀ ਨੂੰ ਪਾਣੀ ਲਾਈ ਜਾਓ, ਭਾਵੇਂ 10-10 ਫੁੱਟ ਤੱਕ ਖੜਾ ਕਰ ਲਓ, ਪਰ ਜੇ ਉਹਦੇ 'ਚ ਬੀਜ ਨਹੀਂ ਬੀਜੋਗੇ ਤਾਂ ਪਾਣੀ ਦਾ ਅਰਥ ਕੀ ਹੋਏਗਾ? ਇਸ ਕਰਕੇ ਪਾਣੀ ਇਸ ਕਰਕੇ ਲਗਾਉਣਾ ਹੈ ਕਿ ਜ਼ਮੀਨ ਨਰਮ ਹੋ ਜਾਏ, ਪਰ ਨਰਮ ਹੋਣ ਤੋਂ ਬਾਅਦ ਦਾ ਅਰਥ ਹੈ ਕਿ ਇਹਦੇ ਵਿੱਚ ਕੁਝ ਬੀਜਣਾ ਵੀ ਹੈ ਤਾਂ ਕਿ ਅੰਕੁਰਿਤ ਹੋ ਜਾਏ। ਕੀਰਤਨ ਦੇ ਰਸ ਨਾਲ ਆਪਣੇ ਆਪ ਨੂੰ ਇਕਾਗਰਤਾ ਦੇ ਵਿੱਚ ਲਿਆਉਣਾ ਹੈ, ਪਰ ਉਹ ਇਕਾਗਰਤਾ ਜਿਹੜੀ ਹੈ ਜੇ ਉਹਨੇ ਅੱਗੇ ਕੋਈ ਗਿਆਨ ਦਾ ਪੱਖ ਨਹੀਂ ਅੰਕੁਰਿਤ ਕਰਨਾ। ਹੁਣ ਉਦਾਹਰਨ ਦੇ ਤੌਰ 'ਤੇ ਅਸੀਂ ਮਨ ਦੇ ਸੰਬੰਧ 'ਚ ਹਾਥੀ ਦੇ ਨੁਕਤੇ ਤੋਂ ਵਿਚਾਰ ਕੀਤੀ, ਕਿੰਨੇ ਗੱਲਾਂ ਸਮਝ ਆਈਆਂ ਨੇ ਕਿ ਕਿਸ ਕਿਸ ਢੰਗ ਨਾਲ ਸਾਡੇ ਮਨ ਦੀ ਕਲਪਨਾ ਕੰਮ ਕਰਦੀ। ਜਿੰਨੇ ਕਰਮ ਨਹੀਂ ਕਰਨਾ ਉਹ ਕੀਰਤਨ ਦੇ ਰਸ ਦਾ ਉਹ ਫਿਰ ਤਾਂ ਉਹ ਨਾਮ ਰਸੀ ਵੀ ਨਹੀਂ ਪੂਰਾ ਬਣਦਾ, ਉਹ ਕੇਵਲ ਸਾਜ ਰਸੀ ਬਣ ਜਾਂਦਾ। ਸਾਜ ਰਸੀ ਦਾ ਮਤਲਬ ਜਿਵੇਂ ਕਈ ਦਫਾ ਕਹਿਣਗੇ ਬੜਾ ਰਸ ਆਇਆ, ਜਿਹੜਾ ਸ਼ਬਦ ਸਰਵਣ ਕੀਤਾ ਹੁੰਦਾ ਜਿਹਦਾ ਅਰਥ ਪ੍ਰਕਾਸ਼ ਖੁੱਲ੍ਹਿਆ ਸਾਡੇ ਮਨ ਅੰਦਰ, ਨਹੀਂ ਸਿਰਫ ਪਤਾ ਹੀ ਸੀ ਜੀ ਉਹ ਮਾੜਾ ਮੋਟਾ ਜਿਹਾ। ਇਸ ਕਰਕੇ ਸ਼ਹਿਰੀ ਸੁਸਾਇਟੀ ਕੀਰਤਨ ਦੇ ਰਸ ਨੂੰ ਤਾਂ ਪ੍ਰਮੁੱਖਤਾ ਦਿੰਦੀ ਹੈ ਕਿ ਇਹਨਾਂ ਦੇ ਮਾਇੰਡ, ਇਹਨਾਂ ਦੀ ਇਨੋਵੇਟ ਇੰਨੇ ਕਮਜ਼ੋਰ ਨੇ, ਜਦੋਂ ਇਹਨਾਂ ਨੂੰ ਗਿਆਨ ਦੀ ਬਰੀਕੀ 'ਚ ਪਾਓਗੇ ਥੋੜ੍ਹਾ ਘਬਰਾਹਟ ਮਹਿਸੂਸ ਕਰਨ ਲੱਗ ਪੈਣਗੇ। ਤਾਂ ਕਰਕੇ ਸ਼ਹਿਰਾਂ ਵਿੱਚ ਕੀਰਤਨ ਸਮਾਗਮਾਂ ਦੀ ਭਰਮਾਰ ਹੈ, ਕਥਾ ਸਮਾਗਮਾਂ ਦੀ ਨਹੀਂ। ਕਾਰਨ ਕੀ ਹੈ? ਹੁਣ ਸਾਡੀ ਅਧਿਆਤਮਿਕਤਾ ਤਾਂ ਇਹਦੇ ਨਾਲ ਪੂਰੀ ਹੋਣੀ ਹੈ। ਇਸ ਕਰਕੇ ਤਾਂ ਕਰਕੇ ਗਿਆਨ ਰਤਨ ਉਦੋਂ ਧਾਰਨ ਹੁੰਦਾ ਹੈ ਜਦੋਂ ਬੰਦਾ ਗਿਆਨ ਦੀ ਵਿਚਾਰ ਨਾਲ ਉਤਰਦਾ ਹੈ। ਜਿਵੇਂ ਇਹਨੂੰ ਸਰਲ ਕਹਿਣਾ ਹੋਵੇ, ਅਸੀਂ ਬਾਜ਼ਾਰ 'ਚ ਖਰੀਦਦਾਰੀ ਕਰਦੇ ਹਾਂ, ਇੱਕੋ ਚੀਜ਼ ਦੀਆਂ 5-6 ਪੱਧਰ ਸਾਡੇ ਸਾਹਮਣੇ ਰੱਖੇ ਹੁੰਦੇ ਨੇ ਦੁਕਾਨਦਾਰ ਨੇ, ਇੱਕੋ ਚੀਜ਼ ਦੇ ਹੀ। ਮਤਲਬ ਵਸਤਰ ਹੀ ਪਹਿਨਣਾ ਹੈ, ਉਹਦੇ 5-6 ਪੱਧਰ ਨੇ, ਚੰਗਾ ਮੰਦਾ, ਬਹੁਤ ਵਧੀਆ, ਬਹੁਤ ਘਟੀਆ। ਹੁਣ ਅਸੀਂ ਗਏ ਹਾਂ, ਸਾਨੂੰ ਪਤਾ ਸਾਨੂੰ ਕੀ ਲੋੜ ਹੈ, ਕਿਵੇਂ ਦਾ ਵਸਤਰ ਚਾਹੀਦਾ, ਕਿੰਨੀ ਕੁ
ਸਮਰੱਥਾ ਵਾਲਾ ਚਾਹੀਦਾ, ਉਹਨੂੰ ਚੁਣ ਲੈਂਦੇ ਹਾਂ। ਜਦੋਂ ਕਥਾ ਦਾ ਬਹੁਤ ਵਿਚਾਰ ਸੁਣਦੇ ਹਾਂ ਤਾਂ ਫਿਰ ਕੋਈ ਵਿਚਾਰ ਸਾਡੇ ਅੰਦਰ ਟਿਕਣਾ ਸ਼ੁਰੂ ਹੋ ਜਾਂਦਾ ਹੈ, ਅਤੇ ਜਦੋਂ ਉਹ ਸਾਡੇ ਕਰਮ ਦੇ ਵਿੱਚ ਵੀ ਢਲ ਜਾਂਦਾ ਹੈ ਫਿਰ ਉਹ ਰਤਨ ਵਰਗਾ ਹੋ ਜਾਂਦਾ ਹੈ। ਇਸ ਕਰਕੇ ਜਿਵੇਂ ਬੰਦੇ ਨੂੰ ਸੰਕਲਪ ਵਿਕਲਪ ਦੀ ਪਛਾਣ ਕਰਨੀ ਆ ਜੇ, ਮਤਲਬ ਜਦੋਂ ਸਵੇਰੇ ਉੱਠਿਆ ਜੇ ਉਹਨੂੰ ਇਹੀ ਗੱਲ ਦਾ ਪਤਾ ਲੱਗ ਜੇ ਕਿ ਜਿਹੜਾ ਪਹਿਲਾ ਖਿਆਲ ਆਇਆ ਕਿ ਰੱਬ ਰੱਬ ਕਰ ਲਈਏ ਜਾਂ ਗੁਰੂ ਘਰ ਚੱਲ ਜਾਈਏ, ਜੇ ਬੰਦਾ ਇਸ ਉੱਤੇ ਦੂਜਾ ਖਿਆਲ ਆਇਆ ਵੀ ਨਾ ਜਾਈਏ, ਜੇ ਇਹਨਾਂ ਦੋਵਾਂ ਦੇ ਵਿੱਚੋਂ ਪਹਿਲੇ ਖਿਆਲ ਨੂੰ ਹੀ ਰੋਜ਼ ਫੜਨਾ ਸ਼ੁਰੂ ਕਰ ਦੇ, ਤਾਂ ਥੋੜ੍ਹੇ ਦਿਨਾਂ ਦੇ ਵਿੱਚ ਹੀ ਉਹਦੀ ਸਾਧਨਾ ਜਿਹੜੀ ਹੈ ਇਕਾਗਰਤਾ ਦੀ ਤਰਫ ਆ ਜਾਂਦੀ ਹੈ। ਭਗਤ ਕਬੀਰ ਸਾਹਿਬ ਜੀ ਕਿਰਪਾ ਕਰਨ, ਸਾਨੂੰ ਗੁਰੂ ਸ਼ਬਦ ਦੇ ਅਭਿਆਸ ਨਾਲ ਆਪਣਾ ਮਨ ਜਿਹੜਾ ਕੁੰਚਰ ਦੀ ਨਿਆਈ ਵਾਸਨਾ ਕਰਕੇ, ਤ੍ਰਿਸ਼ਨਾ ਕਰਕੇ, ਵਿਕਾਰਾਂ ਕਰਕੇ, ਅਗਿਆਨ ਕਰਕੇ ਹੋ ਰਿਹਾ ਹੈ, ਉਸ ਮਨ ਦੀ ਸਾਰੇ ਹਸਤੀ ਵਾਲੇ ਭਾਵ ਨੂੰ ਨਿਵਾਰਨਾ ਆ ਜਾਵੇ ਅਤੇ ਗਿਆਨ ਦੇ ਕੁੰਡੇ ਨਾਲ ਇਹਨੂੰ ਵਸ ਲਿਆ ਵਿੱਚ। ਅਤੇ ਗੁਰੂ ਨੇ ਇੱਕ ਢੰਗ ਵੀ ਦੱਸਿਆ ਹੋਇਆ ਹੈ, ਹਸਤੀ ਸਿਰ ਜੋ ਅੰਕ ਸਹਿ ਐਰਣ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ ਊਬੀ ਸੇਵ। ਕਰੇ ਕਿ ਸੇਵਾ ਦੇ ਨਾਲ ਸਰੀਰ ਦੀ ਐਨਰਜੀ ਜਿਹੜੀ ਹੈ ਉਹ ਸਕਾਰਾਤਮਕ ਪਾਸੇ ਜਾਂਦੀ ਹੈ, ਅਤੇ ਮਨ ਨੂੰ ਊਰਜਾ ਦਾ ਵਹਿਣ ਜਿਹੜਾ ਨਹੀਂ ਪ੍ਰਾਪਤ ਹੁੰਦਾ, ਅਤੇ ਮਨ ਸਾਡੀ ਸਾਧਨਾ ਦੇ ਅਨੁਸਾਰ ਵਸ ਵਿੱਚ ਆ ਜਾਂਦਾ ਹੈ। ਭਗਤ ਕਬੀਰ ਸਾਹਿਬ ਜੀ ਕਿਰਪਾ ਕਰਨ, ਸ਼ਲੋਕ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਆਪ ਜੀ ਦੇ ਸਨਮੁਖ ਸ਼ਬਦ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ